ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਾਰ ਦੀਨ ਦਇਆਲ ਨਾ ਤੁਮ ਸਾਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਮ ਸਾਰ ਦੀਨ ਦਇਆਲ ਨਾ ਤੁਮ ਸਾਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਨ ਅਬੋਲ। ਰਹਾਉ ਬਹੁਤ ਜਨਮ ਵਿਛੋਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਵਿਛੋਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਦੀਨ ਦੁਨੀਆ ਦੇ ਰੱਖਿਅਕ, ਸਾਂਝੀ ਵਾਲਤਾ ਨੂੰ ਸਾਂਝਾ ਉਪਦੇਸ਼ ਕਰਤਾ, ਸ਼ਬਦ ਗੁਰੂ, ਸਿਧਾਂਤਕ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਮੁਬਾਰਕ ਚਰਨ ਛੋਹ ਪ੍ਰਾਪਤ ਕਰ ਰਹੇ ਸਤਸੰਗੀ ਜਨੋ, ਆਪ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤਿਨਾਂ ਦੇ ਮੁਬਾਰਕ ਪਾਵਨ ਅਸਥਾਨ ਦੇ ਨਿੱਤਾ ਪ੍ਰਤੀ ਦਰਸ਼ਨ ਦੀਦਾਰ ਕਰਦੇ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਸਦਕਾ ਨਿੱਤਾ ਪ੍ਰਤੀ ਸਤਿਗੁਰਾਂ ਦੇ ਚਰਨ ਸਪਰਸ਼ ਕਰਦੇ ਹੋ। ਔਰ ਅੱਜ ਵੀ ਦਾਤੇ ਨੇ ਆਪਣਾ ਸਾਰਿਆਂ ਤੇ ਇੱਕ ਕਿਰਪਾ ਕੀਤੀ ਹੈ ਕਿ ਸਤਿਗੁਰਾਂ ਦੇ ਹਜ਼ੂਰ ਬੈਠ ਕਰਕੇ ਜਿੱਥੇ ਮੇਰੇ ਤੋਂ ਪਹਿਲਾਂ ਸੰਗਤਾਂ ਨੇ ਸਤਿਗੁਰਾਂ ਦੀ ਰੱਬੀ ਬਾਣੀ, ਇਲਾਹੀ ਬਾਣੀ, ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ, ਉੱਥੇ ਅੱਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ
ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਵਰਤੀ ਕਰਮੰਦਰ ਸਾਹਿਬ ਤੋਂ ਭਗਤ ਸਾਹਿਬਾਨ ਭਗਤ ਰਵਿਦਾਸ ਸਾਹਿਬ ਜੀ ਦੇ ਮੁਬਾਰਕ ਪਾਵਨ ਉਪਦੇਸ਼ ਦੀ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਆਪ ਸੰਗਤਾਂ ਸਤਿਗੁਰੂ ਦੀ ਕਿਰਪਾ ਸਦਕਾ ਗੁਰੂ ਦਰਬਾਰ ਵਿੱਚ ਬੈਠੇ ਹੋ, ਜਿਨ੍ਹਾਂ ਤੱਕ ਸਤਿਗੁਰੂ ਜੀ ਕਿਰਪਾ ਕਰਨ, ਮਨੋਂ ਬਿਰਤੀਆਂ ਇਕਾਗਰ ਕਰਕੇ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਸਤ ਸੰਗੀ ਜਨ ਜੋ ਨਿਤਾ ਪ੍ਰਤੀ ਇਸ ਪਾਵਨ ਅਸਥਾਨ ਤੋਂ ਵਿਚਾਰ ਸਰਵਣ ਕਰਦੇ ਕਨ, ਆਓ ਸਤਿਗੁਰੂ ਦੀ ਕਿਰਪਾ ਦੇ ਸਦਕਾ ਭਗਤ ਸਾਹਿਬਾਨ ਭਗਤ ਰਵਿਦਾਸ ਸਾਹਿਬ ਜੀ ਦੇ ਵਡਮੁੱਲੇ ਬਖਸ਼ਿਸ਼ ਕੀਤੇ ਕੋਈ ਗੁਣਾਂ ਦੀ ਵਿਚਾਰ ਕਰ ਸਕੀਏ। ਜੋ ਭਗਤ ਰਵਿਦਾਸ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕਰਦੇ ਕਨ, ਸਤਿਗੁਰਾਂ ਦੀ ਬਾਣੀ ਨੂੰ, ਮਾਲਕ ਦੀ ਬਾਣੀ ਨੂੰ, ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ। ਆਪ ਸਾਰੇ ਹੀ ਮਨੋਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਬਿਰਾਜੇ ਕਾਂ ਝੁਕਾਓ ਸਾਹਿਬਾਂ ਨੂੰ ਸੀਸ ਬਾ ਅਦਬ ਬਾ ਸਤਿਕਾਰ ਸਤਿਗੁਰੂ ਦੀ ਕਿਰਪਾ ਦੇ ਸਦਕਾ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਭਗਤ ਰਵਿਦਾਸ ਸਾਹਿਬ ਜੀ ਧਨਾਸਰੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਕਨ। 694 ਅੰਗ ਦੇ ਉੱਪਰ ਭਗਤ ਰਵਿਦਾਸ ਜੀ ਦਾ ਇਹ ਮੁਬਾਰਕ ਸ਼ਬਦ ਹੈ। ਮੰਗਲਾਚਰਨ ਕਰਤਾਰ ਦਾ, ਮਾਲਕ ਦਾ ਕਰਦੇ ਹੋਏ ਕਹਿੰਦੇ ਇੱਕ ਓੰਕਾਰ ਪਰਮਾਤਮਾ ਇੱਕ ਹੈ ਔਰ ਉਹ ਸਰਬ ਵਿਆਪਕ ਹੈ, ਭਾਵ ਕਿ ਜਰੇ ਜਰੇ ਅੰਦਰ ਉਹ ਰਮਿਆ ਹੋਇਆ ਹੈ। ਉਹਨੂੰ ਵੇਖਣ ਵਾਲੀ ਜੇ ਅੱਖ ਹੋਵੇਗੀ ਤੇ ਫਿਰ ਹਰੇਕ ਥਾਂ ਤੇ ਉਹ ਨਜ਼ਰ ਆਵੇਗਾ। ਇਸ ਲਈ ਇੱਕ ਓੰਕਾਰ ਸ਼ਬਦ ਇਹ ਸਤਿਗੁਰਾਂ ਦੀ ਬਾਣੀ ਵਿੱਚ ਬਾਰ-ਬਾਰ ਸਾਨੂੰ ਇਹ ਦਰਸ਼ਨ ਕਰਨ ਨੂੰ, ਦੀਦਾਰ ਕਰਨ ਨੂੰ ਮਿਲਦਾ ਹੈ। ਇਹਦਾ ਮਤਲਬ ਹੈ ਰੱਬ ਨੂੰ ਅਸੀਂ ਨੇੜਿਓਂ ਤੱਕ ਸਕਦੇ ਹਾਂ, ਨੇੜਿਓਂ ਵੇਖ ਸਕਦੇ ਹਾਂ, ਪਰ ਲੱਗਦਾ ਉਹ ਕਿਤੇ ਦੂਰ ਹੈ। ਪਰ ਨਹੀਂ, ਉਹ ਤੇਰੇ ਅੰਦਰ ਹੀ ਬੈਠਾ ਹੈ। ਕਹਿੰਦੇ ਜਦੋਂ ਰੱਬ ਨੇ ਕਾਇਨਾਤ ਨੂੰ ਬਣਾਇਆ ਨਾ, ਤੇ ਕਾਇਨਾਤ ਨੂੰ ਬਣਾ ਕੇ ਰੱਬ ਪੁੱਛਦਾ ਵੀ ਮੈਂ ਹੁਣ ਕਿੱਥੇ ਰਵਾਂ। ਕਿਸੇ ਕਿਹਾ ਵੀ ਉੱਚੀਆਂ ਪਹਾੜੀਆਂ ਤੇ ਚੜ ਜਾਓ, ਜਿੱਥੇ ਕੋਈ ਤੁਹਾਨੂੰ ਲੱਭ ਨਾ ਸਕੇ, ਨਜ਼ਰ ਨਾ ਆ ਸਕੋ, ਉੱਥੇ ਚਲੇ ਜਾਓ। ਕਹਿੰਦੇ ਖੋਜ ਕਰਨ ਵਾਲੇ ਉੱਥੇ ਵੀ ਪਹੁੰਚ ਜਾਣਗੇ। ਕੋਈ ਕਹਿੰਦਾ ਸਮੁੰਦਰ ਦੀ ਡੂੰਘਾਈ 'ਚ ਚਲੇ ਜਾਓ, ਪਤਾਲ 'ਚ ਚਲੇ ਜਾਓ, ਕਹਿੰਦੇ ਖੋਜ ਕਰਨ ਵਾਲੇ ਉੱਥੇ ਵੀ ਪਹੁੰਚਣਗੇ। ਬੜੀਆਂ ਥਾਵਾਂ ਦਾ ਜ਼ਿਕਰ ਕੀਤਾ ਵੀ ਇੱਥੇ ਵਸ ਜੋ, ਇੱਥੇ ਰਹਿ ਜਾਓ, ਤੁਹਾਨੂੰ ਕੋਈ ਲੱਭ ਨਾ ਸਕੇ। ਤੇ ਫਿਰ ਅਖੀਰੀ ਕਿਹਾ, ਕਹਿੰਦੇ ਕਨ ਸਾਰੀਆਂ ਥਾਵਾਂ ਤੇ ਤੁਹਾਨੂੰ ਲੋਕ ਲੱਭ ਲੈਣਗੇ, ਪਰ ਇੱਕ ਥਾਂ ਹੈ ਜਿੱਥੇ ਤੁਸੀਂ ਵਸ ਸਕਦੇ ਹੋ। ਕੀ ਹੈ? ਬੰਦੇ ਦੇ ਅੰਦਰ, ਮਨੁੱਖ ਦੇ ਅੰਦਰ। ਜੇ ਤੁਸੀਂ ਮਨੁੱਖ ਦੇ ਅੰਦਰ ਵਸ ਜੋ, ਇੱਥੋਂ ਕੋਈ ਨਹੀਂ ਕਿਸੇ ਨੇ ਲੱਭਣਾ। ਤੇ ਸੱਚਾਈ ਹੈ। ਅਸੀਂ ਜਿੰਨੇ ਵੀ ਆ ਮਾਫ ਕਰਨਾ, ਭਗਤੀ ਕਰਨ ਵਾਲੇ, ਸਿਮਰਨ ਕਰਨ ਵਾਲਿਆਂ ਦੀ ਗੱਲ ਨਹੀਂ ਕਰਦਾ, ਜਿਨ੍ਹਾਂ ਨੇ ਰੱਬ ਨੂੰ ਅੰਦਰੋਂ ਪਾਇਆ ਉਹਨਾਂ ਦੀ ਗੱਲ ਨਹੀਂ ਕਰਦਾ। ਪਰ ਬਦਾਂਤ ਵਿੱਚ ਅਸੀਂ ਲੋਕ ਨਾ ਰੱਬ ਨੂੰ ਬਾਹਰ ਹੀ ਲੱਭਦੇ ਫਿਰਦੇ ਆ। ਪਰ ਸਤਿਗੁਰੂ ਜੀ ਕਹਿੰਦੇ ਉਹ ਘਟ ਘਟ ਮੈਂ ਗਰਜੂ ਬਸੈ, ਸੰਤਨ ਕਹੋ ਪੁਕਾਰ। ਰੱਬ ਤੇ ਤੇਰੇ ਅੰਦਰ ਵਸਦਾ ਹੈ, ਜਰੇ ਜਰੇ ਚ ਕਿਨਕਾ ਮਾਤਰ, ਜੇ ਤੈਨੂੰ ਤੱਕੇ ਨਾ ਕਿ ਕਿਨਕੇ ਚ ਵੀ ਰੱਬ ਹੈ। ਹਰੇਕ ਥਾਂ ਤੇ ਬੈਠਾ ਹੈ, ਜਲ ਤਲ ਮਖੀਲ ਪੂਰਿਆ, ਹਰੇਕ ਥਾਂ ਤੇ ਉਹ ਬੈਠਾ ਹੈ। ਇਸ ਕਰਕੇ ਉਹ ਸਰਬ ਵਿਆਪਕ ਰੱਬ ਜਿਹੜਾ ਪਰਮਾਤਮਾ ਜਿਹੜਾ ਹੈ, ਉਹਦੀ ਪਰਥਾਏ ਮੰਗਲਾਚਰਨ ਸਤਿਗੁਰਾਂ ਨੇ ਸਮਝਾਇਆ। ਪਹਿਲੀ ਗੱਲ ਤੇ ਉਹ ਇੱਕ ਹੈ, ਉਹ ਕੋਈ ਦੂਜਾ ਨਹੀਂ। ਉਹਦੇ 2 3 4 ਰੂਪ ਨਹੀਂ, ਇੱਕ ਹੈ।
ਇੱਕ ਰੂਪ ਹੀ ਸਾਰਿਆਂ ਦੇ ਅੰਦਰ ਵਰਤ ਰਿਹਾ, ਇੱਕ ਰੂਪ ਹੀ ਸਾਰਿਆਂ ਦੇ ਅੰਦਰ ਟਿਕਿਆ ਹੋਇਆ ਹੈ। ਇਸ ਲਈ ਪ੍ਰਮਾਤਮਾ ਇੱਕ ਹੈ। ਉਸ ਸਰਬ ਵਿਆਪਕ ਪ੍ਰਮਾਤਮਾ ਨੂੰ ਜੇ ਮਿਲਣਾ ਹੈ ਤੇ ਗੁਰੂ ਦੀ ਕਿਰਪਾ ਦਾ ਪਾਤਰ ਹੋਣਾ ਬੜਾ ਜ਼ਰੂਰੀ ਹੈ। ਜੇ ਗੁਰੂ ਦੀ ਕਿਰਪਾ ਵਰਤੇਗੀ, ਜੇ ਗੁਰੂ ਦੀ ਰਹਿਮਤ ਵਰਤੇਗੀ, ਤਾਂ ਹੀ ਐਸੇ ਸਤਿਗੁਰੂ ਨੂੰ, ਪ੍ਰਮਾਤਮਾ ਨੂੰ, ਅਕਾਲ ਪੁਰਖ ਕਰਤੇ ਨੂੰ ਮਿਲ ਸਕਾਂਗੇ। ਉਹਦੀ ਕਿਰਪਾ ਤੋਂ ਬਿਨਾ ਮਿਲਿਆ ਨਹੀਂ ਜੇ ਜਾਂਦਾ, ਉਹਦੀ ਬਖਸ਼ਿਸ਼ ਤੋਂ ਬਿਨਾ ਉਹਦੇ ਨਾਲ ਮਿਲਾਪ ਨਹੀਂ ਹੁੰਦਾ। ਬੜੇ ਲੋਕ ਤਰਸਦੇ ਤੇ ਤੜਫਦੇ ਫਿਰਦੇ ਨੇ, ਸਤਿਗੁਰੂ ਕਿਰਪਾ ਕਰ, ਰਹਿਮਤ ਵਰਤਾ, ਕਿਤੇ ਤੇਰੇ ਨਾਲ ਸਾਡਾ ਮਿਲਾਪ ਹੋ ਜਾਏ। ਕਿਉਂਕਿ ਬੰਦਗੀ ਕਰਨ ਵਾਲਿਆਂ ਨੂੰ ਤੱਕੋਗੇ, ਉਹਦੇ ਵਿੱਚ ਭੇਦ ਹੋਣ ਵਾਲਿਆਂ ਨੂੰ ਤੱਕੋਗੇ, ਤੇ ਬੜੇ ਨੇ ਜਿਹੜੇ ਤਰਸਦੇ ਫਿਰਦੇ ਨੇ, ਜਿਹੜੇ ਦੀਦਾਰ ਮੰਗਦੇ ਹਨ, ਜਿਹੜੇ ਲੋਚਦੇ ਹਨ, ਸਤਿਗੁਰੂ ਮੈਂ ਤਰਸਦਾ ਗਾ ਤੇਰੇ ਦੀਦਾਰ ਨੂੰ, ਤੇਰੇ ਦਰਸ਼ਨਾਂ ਨੂੰ। ਅੱਜ ਭਗਤ ਰਵਿਦਾਸ ਜੀ ਵੀ ਉਹ ਗੱਲ ਕਰਨਗੇ ਅਖੀਰ ਤੇ। ਇਸ ਲਈ ਬੰਦਗੀ ਕਰਨ ਵਾਲਾ ਕਹਿੰਦਾ ਕਿਤੇ ਸਾਹਮਣੇ ਖਲੋ ਕੇ ਉਹਨੂੰ ਤੱਕ ਲਵਾਂ। ਇਦਾਂ ਦੀ ਭਾਵਨਾ 'ਚ ਡੁੱਬੇ ਹੋਏ, ਇਦਾਂ ਦੀ ਬੰਦਗੀ ਕਰਨ ਵਾਲੇ ਲੋਕ ਬੜੇ ਸੰਸਾਰ ਦੀ ਧਰਤੀ ਤੇ ਨੇ, ਜਿਹੜੇ ਕਹਿੰਦੇ ਸਤਿਗੁਰੂ ਇੱਕ ਛਿਨ ਦਰਸ਼ਨ ਦਿਖਾਏ ਦੀ, ਕਿਤੇ ਕਿਰਪਾ ਕਰਕੇ ਇੱਕ ਛਿਨ ਹੀ ਦਰਸ਼ਨ ਦਿਖਾ ਦੇ, ਕਿਤੇ ਕਿਰਪਾ ਕਰਕੇ ਇੱਕ ਵਾਰੀ ਹੀ ਸਾਨੂੰ ਮਿਲਣਾ ਸਤਿਗੁਰੂ, ਇੱਕ ਖਿਨ ਮਾਤਰ ਤੇਰਾ ਦੀਦਾਰ ਹੋ ਜਾਏ, ਖਿਨ ਮਾਤਰ ਤੇਰਾ ਦਰਸ਼ਨ ਹੋ ਜਾਏ। ਉਹ ਬੜੇ ਤੜਫ ਵਿੱਚ ਮਾਲਕ ਦੀ ਬੰਦਗੀ ਤੇ ਇਬਾਦਤ ਵਿੱਚ ਦਿਨ ਰਾਤ ਜੁੜੇ ਰਹਿੰਦੇ ਆ, ਦਿਨ ਰਾਤ ਉਹਦੀ ਅਰਾਧਨਾ ਕਰਦੇ ਆ, ਦਿਨ ਰਾਤ ਉਹਦੇ ਦਰਸ਼ਨਾਂ ਦੀ ਤਾਂਘ ਵਿੱਚ ਨੇ। ਸਤਿਗੁਰੂ ਕਿਰਪਾ ਕਰਕੇ ਤੇ ਆਪਣੇ ਦਰਸ਼ਨ ਬਖਸ਼। ਕਹਿੰਦੇ ਐਸੇ ਸਤਿਗੁਰੂ ਸਰਬ ਵਿਆਪਕ ਮਾਲਕ ਨੂੰ ਜੇ ਮਿਲਣਾ ਨਾ ਤੇ ਉਹਦੀ ਕਿਰਪਾ ਦਾ ਪਾਤਰ ਹੋਣਾ ਪਏਗਾ, ਉਹਦੀ ਕਿਰਪਾ ਦਾ ਪਾਤਰ ਬਣਨਾ ਪੈਣਾ। ਜਦੋਂ ਗੁਰੂ ਕਿਰਪਾ ਕਰੇਗਾ, ਗੁਰੂ ਦੀ ਰਹਿਮਤ ਹੋਏਗੀ, ਤਾਂ ਐਸੇ ਸਰਬ ਵਿਆਪਕ ਪਰਮਾਤਮਾ ਅਕਾਲ ਪੁਰਖ ਕਰਤੇ ਨੂੰ ਮਿਲਿਆ ਜਾਏਗਾ। ਉਹਦੀ ਕਿਰਪਾ ਤੋਂ ਬਿਨਾ ਨਹੀਂ ਜੇ ਮਿਲਿਆ ਜਾਣਾ। ਕੋਈ ਲੱਖ ਯਤਨ ਕਰ ਲੇ, ਕੋਈ ਜਿੰਨਾ ਮਰਜ਼ੀ ਯਤਨ ਕਰੇ ਕਿ ਅਸੀਂ ਆਪਣੇ ਕੀਤੇ ਹੋਏ ਯਤਨਾਂ ਦੇ ਨਾਲ ਮਿਲ ਲਾਂਗੇ, ਅਸੀਂ ਆਪਣੇ ਕੀਤੇ ਹੋਏ ਉਦਮ ਨਾਲ ਮਿਲਾਂਗੇ, ਨਹੀਂ। ਇਹ ਐਫਰਟ ਕਰੋ ਜਿੰਨਾ ਮਰਜ਼ੀ, ਪਰ ਇਸ ਐਫਰਟ ਨਾਲ ਕੋਈ ਵੀ ਸਤਿਗੁਰੂ ਦੀ ਕਿਰਪਾ ਦੀ ਪ੍ਰਾਪਤੀ ਨਹੀਂ ਹੋਣੀ। ਇਹ ਜਦੋਂ ਹੀ ਗੁਰੂ ਕਿਰਪਾ ਨਦਰ ਕਰੇਗਾ ਨਾ, ਜਦੋਂ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਤੇ ਪਾਏਗਾ। ਵੇਖੋ ਇਹ ਵੀ ਬੜੀ ਬਖਸ਼ਿਸ਼ ਹੈ ਜੀ, ਕਿਉਂਕਿ ਮੈਂ ਪੜ੍ਹ ਰਿਹਾ ਸਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ। ਕਹਿੰਦੇ ਜਦੋਂ ਸਿੱਖ ਆਉਂਦੇ ਨਾ ਤੇ ਉਹ ਅੱਗੇ ਹੋ ਕੇ ਬਹਿੰਦੇ। ਪਤਾ ਕਿਉਂ ਜੀ? ਕਿਉਂਕਿ ਭੱਟ ਸਾਹਿਬਾਨਾਂ ਨੇ ਵੀ ਇਹ ਗੱਲ ਕਹੀ ਹੈ। ਉਹ ਲੋਚਦੇ ਸਨ ਕਿਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਸਾਡੇ ਤੇ ਪੈ ਜਾਏ, ਤਾਂ ਅੱਗੇ ਹੋ ਕੇ ਬਹਿੰਦੇ ਸਨ। ਜੇ ਕਿਰਪਾ ਦ੍ਰਿਸ਼ਟੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਾਡੇ ਤੇ ਪੈ ਗਈ ਨਾ, ਤੇ ਸਾਡੇ ਸਾਰੇ ਹੀ ਪਾਪ ਕੱਟੇ ਜਾਣੇ, ਸਾਡੇ ਸਾਰੇ ਦੁੱਖ ਕੱਟੇ ਜਾਣਗੇ। ਪਰ ਆਪਾਂ ਪਿੱਛੇ ਹੋ ਕੇ ਬਹਿੰਦੇ ਹਾਂ। ਨਹੀਂ ਚਾਹੀਦਾ। ਜਦੋਂ ਵੀ ਇੱਥੇ ਨਹੀਂ ਗੱਲ ਕਰਦਾ, ਹੋਰ ਜਿੰਨੇ ਗੁਰੂ ਘਰ ਨੇ ਮੈਂ ਵੇਖਿਆ ਬਹੁਤੀ ਸੰਗਤ ਪਿੱਛੇ ਬਹਿੰਦੀ ਹੈ, ਇੱਥੇ ਸਾਰੇ ਆਪਾਂ ਅੱਗੇ ਹੋ ਕੇ ਬਹਿੰਦੇ ਹਾਂ। ਕਾਰਨ ਹੈ ਕਿ ਅਸੀਂ ਲੋਚਦੇ ਹਾਂ ਕਿਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਸਾਡੇ ਤੇ ਪੈ ਜਾਏ। ਕਹਿੰਦੇ ਉਹ ਸਿੱਖ ਤਾਂ ਅੱਗੇ ਹੋ ਕੇ ਬਹਿੰਦੇ ਸਨ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਆਪਣੀ ਮਿਹਰ ਦੀ ਦ੍ਰਿਸ਼ਟੀ ਸਾਡੇ ਤੇ ਪਾਉਣ ਤੇ ਸਾਡੇ ਪਾਪ ਕੱਟੇ ਜਾਣਗੇ, ਅਸੀਂ ਗੁਰੂ ਚ ਭੇਦ ਹੋ ਜਾਣਗੇ। ਕਿਉਂਕਿ ਗੁਰੂ ਦੀ ਨਜ਼ਰ 'ਚ ਬੜੀ ਵੱਡੀ ਕਿਰਪਾ ਹੈ। ਭੱਟ ਸਾਹਿਬਾਨ ਕੀ ਕਹਿੰਦੇ? ਕਹਿੰਦੇ ਅਮੇਂ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਆ ਜਿਹੜੇ ਵਸ 'ਚ ਨਹੀਂ ਆਉਂਦੇ, ਇਹ ਜਿਹੜੇ ਵਸ 'ਚ ਨਹੀਂ ਆਉਂਦੇ। ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਦਾ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰਾ ਖੋਵੈ। ਗੁਰ ਨਮ ਨਿਤ ਦਰਿਆਉ ਜਨਮ ਹਮ ਕਾਲਖ ਧੋਵੈ। ਸੋ ਕਹੁ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ, ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਉਹਨਾਂ ਦਾ ਜਨਮ ਤੇ ਮਰਨ ਦਾ ਹੀ ਦੁੱਖ ਕੱਟਿਆ ਜਾਂਦਾ ਜਿਹੜਾ ਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਦਾ। ਇਸ ਲਈ ਬਹਿਨੇ ਆ ਸਤਿਗੁਰੂ ਤੋਂ ਇਹ ਭਾਵਨਾ ਲੈ ਕੇ ਬੈਠਿਆ ਕਰੋ ਕਿ ਸਤਿਗੁਰੂ ਅੱਜ ਤੇਰੇ ਦੀਦਾਰ ਕਰਨ ਆਏ ਆ, ਤੇਰੇ ਦਰਸ਼ਨ ਕਰਨ ਆਏ ਆ, ਕਿਰਪਾ ਕਰੋ ਕਿਤੇ ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਤੇ ਪਾਓ, ਸਾਡੇ ਵੀ ਪਾਪ ਕੱਟੇ ਜਾਣ, ਸਾਡੇ ਤੇ ਵੀ ਰਹਿਮਤ ਵਰਤ ਜਾ, ਸਾਡੇ ਤੇ ਵੀ ਕਿਰਪਾ ਹੋ ਜਾਏ ਜਿਹੜੀ ਤੂੰ ਪ੍ਰਾਤਨ ਸਿੱਖਾਂ ਤੇ ਕਰਦਾ ਰਹੇ। ਇਸ ਲਈ ਉਹਦੀ ਕਿਰਪਾ ਦਾ ਪਾਤਰ ਬਣਾਂਗੇ ਤੇ ਉਹਦੇ ਨਾਲ ਮਿਲਾਪ ਹੋਵੇਗਾ। ਸਤਿਗੁਰੂ ਜੀ ਕਹਿੰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹਦੀ ਕਿਰਪਾ ਦੇ ਨਾਲ ਹੀ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਕਹੇ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਪਹਿਲੀ ਗੱਲ ਕਹੀ ਹਮ ਸਰ ਦੀਨ, ਆਪਣੇ ਆਪ ਨੂੰ ਗਰੀਬ ਦੱਸਿਆ।
ਜਦੋਂ ਕਿਤੇ ਗੁਰੂ ਦੇ ਦਰਬਾਰ ਚ ਆਓ, ਗੁਰੂ ਦੇ ਘਰ ਚ ਆਓ, ਕਦੀ ਨਾ ਸੋਚੋ ਅਸੀਂ ਬੜੇ ਅਮੀਰ ਹਾਂ, ਅਸੀਂ ਬੜਾ ਕੁਝ ਅਰਪਣ ਕਰਦੇ ਹਾਂ। ਬਹੁਤੇ ਲੋਕ, ਮੋਸਟਲੀ ਲੋਕਾਂ 'ਚ ਇਹ ਹੁੰਦਾ, ਜਿਹੜੇ ਅਮੀਰ ਹੁੰਦੇ ਨੇ ਉਹ ਦਾਨ ਪੁੰਨ ਵੀ ਬਹੁਤ ਕਰਦੇ ਨੇ, ਪਰ ਦਾਨ ਪੁੰਨ ਕਰਨ ਵਾਲਾ ਹੰਕਾਰ ਵੀ ਤੇ ਸਥਾਪਿਤ ਕਰਕੇ ਬੈਠਾ ਨਾ ਕਿ ਆ ਫਲਾਣੀ ਚੀਜ਼ ਮੈਂ ਚੜਾਈ ਗੁਰੂ ਘਰੇ ਲਾਈ ਕਿਉਂ ਨਹੀਂ, ਆ ਚੀਜ਼ ਮੈਂ ਦਿੱਤੀ ਹੈ, ਜਿੱਥੇ ਮੈਂ ਆ ਗਈ ਉੱਥੇ ਗੁਰੂ ਦੀ ਨਹੀਂ ਰਹੀ। ਬਹੁਤੇ ਲੋਕ ਬੜਾ ਬੇਸ਼ੁਮਾਰ ਕੀਮਤੀ ਚੰਦੋਆ ਸਾਹਿਬ, ਰਮਾਲਾ ਸਾਹਿਬ ਸਤਿਗੁਰੂ ਨੂੰ ਚੜਾਉਂਦੇ ਆ, ਤੇ ਚੜਾਉਣ ਤੋਂ ਬਾਅਦ ਜਦੋਂ ਇਹ ਕਹਿ ਦਿੰਦੇ ਨਾ ਸਾਡੇ ਵਾਲਾ ਨਹੀਂ ਲਾਇਆ, ਤੇ ਮੈਂ ਕਹਿੰਦਾ ਹੁੰਨਾ ਵੀ ਜਿਹੜਾ ਗੁਰੂ ਦੇ ਇਹ ਅਰਦਾਸੀ ਸਿੰਘ ਨੇ ਅਰਦਾਸ ਕਰਕੇ ਕਹਿ ਦਿੱਤਾ ਵੀ ਸਤਿਗੁਰੂ ਆਪ ਅੰਗੀਕਾਰ ਕਰੋ, ਤੇ ਜਦੋਂ ਗੁਰੂ ਨੂੰ ਅੰਗੀਕਾਰੀ ਹੋ ਗਿਆ ਫਿਰ ਤੇਰੇ ਵਾਲਾ ਕਿਵੇਂ ਰਹਿ ਗਿਆ? ਤੇਰੇ ਵਾਲਾ ਤੇ ਨਾ ਹੋਇਆ। तमाम ਇੰਨੀਆਂ ਚੀਜ਼ਾਂ ਜਿੰਨੀਆਂ ਵੀ ਆਪਾਂ ਅਰਪਣ ਕਰਦੇ ਕਾਂ, ਜੇ ਸੋਚੀਏ ਜੋ ਅਰਪਣ ਕਰ ਦਿੱਤਾ ਉਹ ਸਾਡਾ ਨਹੀਂ, ਹੁਣ ਗੁਰੂ ਦਾ ਹੋ ਗਿਆ। ਮੈਂ ਕਹਿੰਦਾ ਕਿੱਡੇ ਉਹ ਪੁਰਾਤਨ ਸਿੱਖ, ਕਿੱਡੇ ਭਾਵਨਾ ਵਾਲੇ, ਜਿਹੜੇ ਬੇਸ਼ੁਮਾਰ ਕੀਮਤੀ ਘੋੜੇ। ਤੇ ਜਦੋਂ ਪੜ੍ਹੀਏ ਇਤਿਹਾਸ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਲਈ ਉਹਨਾਂ ਤੱਕਿਆ ਵੀ ਔਰੰਗਜ਼ੇਬ ਦੀ ਚਾਨਣੀ ਬਣ ਰਹੀ ਸੀ ਉੱਥੇ, ਤੇ ਉਹਨਾਂ ਕਿਹਾ ਵੀ ਇਹ ਚਾਨਣੀ ਕਿੰਨੇ ਲੱਖ ਦੀ? ਕਹਿੰਦੇ ਇੰਨੇ ਦੀ। ਕਹਿੰਦੇ ਫਿਰ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉੱਪਰ ਜਿਹੜੀ ਚਾਨਣੀ ਲਾਵਾਂਗੇ ਨਾ, ਉਹ ਇਸ ਤੋਂ ਵੀ ਮਹਿੰਗੀ ਬਣਾ ਕੇ ਲਾਵਾਂਗੇ। ਤੇ ਸੱਚ ਹੈ, ਉਹਨਾਂ ਸਿੱਖਾਂ ਨੇ ਔਰੰਗਜ਼ੇਬ ਦੀ ਚਾਨਣੀ ਤੋਂ ਵੱਡੀ ਚਾਨਣੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲਈ ਲੱਖਾਂ ਦੀ ਚਾਨਣੀ ਪੇਸ਼ ਕੀਤੀ ਸੀ। ਕੀ ਕਾਰਨ? ਕਾਰਨ ਸੀ ਮੇਰੇ ਸਤਿਗੁਰੂ, ਮੇਰੇ ਸ਼ਹਿਨशाह, ਮੇਰੇ ਪਾਤਸ਼ਾਹ ਦਾ ਦਰਬਾਰ ਹੋਵੇ ਤੇ ਉਹਦੀ ਚਾਨਣੀ ਵੀ ਬਹੁਤ ਮਹਿੰਗੀ ਹੋਵੇ। ਹਾਂ, ਅਸੀਂ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਪੇਸ਼ ਕਰਦੇ ਹਾਂ, ਪਰ ਕਦੀ ਵੀ ਇਸ ਦਰ ਤੇ ਆਇਓ ਤੇ ਗਰੀਬ ਬਣ ਕੇ ਆਇਓ, ਕਿਉਂਕਿ ਇੱਥੇ ਗਰੀਬ ਨਵਾਜੀ ਹੁੰਦੀ ਹੈ, ਗਰੀਬਾਂ ਨੂੰ ਨਵਾਜਿਆ ਜਾਂਦਾ। ਇੱਥੇ ਕੋਈ ਅਮੀਰ ਬਣ ਕੇ ਆਉਂਦਾ ਹੈ ਤੇ ਸਤਿਗੁਰੂ ਹਮਾਊ ਵਰਗੇ ਨੂੰ ਕਹਿੰਦੇ ਆ, ਓਏ ਤੂੰ ਆਪਣੇ ਆਪ ਨੂੰ ਬੜਾ ਯੋਧਾ ਸਮਝਦਾ, ਮੇਰੇ ਤੇ ਕਿਰਪਾਨ ਕੱਢਦਾ, ਜਿੱਥੇ ਜੋਰ ਚੱਲਣਾ ਸੀ ਉੱਥੇ ਚੱਲਿਆ ਨਹੀਂ। ਤੇ ਕਮਾਊ ਨਕਮਸਤਕ ਹੋ ਕਰਕੇ ਝੁਕ ਕੇ ਵਾਪਸ ਮੁੜ ਗਿਆ ਸੀ ਗੁਰੂ ਅੰਗਦ ਦੇ ਪਾਤਸ਼ਾਹ ਕੇ, ਹਨਾ ਜੀ। ਉਹਦਾ ਕਾਰਨ ਕਿ ਇੱਥੇ ਗਰੀਬਾਂ ਨੂੰ ਸਤਿਗੁਰੂ ਜਗ੍ਹਾ ਦਿੰਦੇ, ਵੱਡੇ ਵੱਡੇ ਅਮੀਰਾਂ ਨੂੰ ਕੋਈ ਜਗ੍ਹਾ ਨਹੀਂ, ਕੋਈ ਥਾਂ ਨਹੀਂ। ਮੇਰੇ ਸਤਿਗੁਰੂ ਜੀ ਕਹਿੰਦੇ ਜੇ ਆਉਣਾ ਹੀ ਤੇ ਗਰੀਬ ਬਣ ਕੇ ਆਈ। ਪਰ ਆ ਸ਼ਬਦ ਕਿਤੇ ਤੱਕਿਓ, ਖਮਸਰ ਦੀਨ ਦਿਆਲ ਨਾ ਤੁਮ ਸਰ। ਜਦੋਂ ਸਵੇਰ ਵੇਲੇ ਸ਼ਬਦ ਪੜਿਆ ਨਾ ਤੇ ਮਨ 'ਚ ਖਿਆਲ ਆਇਆ ਕਿ ਕੱਲੀ ਸੰਸਾਰਿਕ ਤੌਰ ਤੇ ਆਰਥਿਕ ਪੱਖ ਤੋਂ ਗਰੀਬ ਹੋਣ ਕਰਕੇ ਹੀ ਕਹਿ ਰਹੇ ਨੇ ਭਗਤ ਰਵਿਦਾਸ ਜੀ, ਪਰ ਜੇ ਕਿਤੇ ਤੱਕੋਗੇ ਤੇ ਚੰਮ ਕੁੱਟਣਾ, ਜੁੱਤੀਆਂ ਗੰਢਣਾ, ਇਹ ਗਰੀਬੀ ਦਾ ਕਾਰਨ ਹੋ ਸਕਦਾ ਹੈ। ਨਾ ਗਰੀਬ ਆਪਣੇ ਆਪ ਨੂੰ ਕਹਿੰਦੇ ਵੀ ਗਰੀਬ ਨੇ, ਪਰ ਭਗਤ ਰਵਿਦਾਸ ਸਾਹਿਬ ਨੂੰ ਜੇ ਕਿਤੇ ਅੰਦਰੋਂ ਤੱਕ ਲੋ ਨਾ, ਕਿਉਂਕਿ ਅਸੀਂ ਬਾਹਰੋਂ ਤੱਕਦੇ ਹਾਂ, ਬਹੁਤੇ ਲੋਕਾਂ ਦੀ ਆਦਤ ਹੈ ਅਸੀਂ ਕੱਪੜੇ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਬੰਦਾ ਗਰੀਬ ਹੈ, ਅਸੀਂ ਉਹਦੀ ਸ਼ਕਲ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਗਰੀਬ ਹੈ, ਪਰ ਜਿਹੜੇ ਅੰਦਰੋਂ ਤੱਕਦੇ ਨੇ ਉਹ ਪਤਾ ਨਹੀਂ ਕਿੱਡੇ ਕੁ ਅਮੀਰ ਹੁੰਦੇ ਨੇ। ਭਗਤ ਰਵਿਦਾਸ ਜੀ ਨੂੰ ਬਾਹਰੋਂ ਤੱਕਣ ਵਾਲਾ ਪਾਰਸ ਪੱਥਰ ਦੇ ਕੇ ਜਾਂਦਾ, ਰਵਿਦਾਸ ਜੀ ਇਹ ਪਾਰਸ ਪੱਥਰ ਗਏ, ਇਹਦੇ ਨਾਲ ਜਿਹੜੀ ਚੀਜ਼ ਛੁਆਓਗੇ ਸੋਨਾ ਬਣ ਜਾਏਗੀ। ਤੇ ਜਦੋਂ ਵਾਪਸ ਪਰਤਦਾ ਵੇਖਦਾ ਝੁੱਗੀ ਉਹੀ ਗਏ, ਛੰਨ ਉਹੀ ਗਏ, ਕਿਉਂਕਿ ਕੱਪੜੇ ਤੇ ਛੰਨ ਨੂੰ ਵੇਖ ਕੇ ਅਗਲੇ ਅੰਦਾਜ਼ਾ ਲਾਇਆ ਭਗਤ ਰਵਿਦਾਸ ਬੜਾ ਗਰੀਬ ਹੈ। ਪਰ ਜਿੱਦਣ ਭਗਤ ਰਵਿਦਾਸ ਜੀ ਨੇ ਅੰਦਰ ਦੀ ਅਮੀਰੀ ਖੋਲ ਕੇ ਉਹਦੇ ਅੱਗੇ ਰੱਖੀ ਨਾ, ਤੇ ਸੱਚ ਕਹ ਪਾਰਸ ਪੱਥਰ ਵਾਲਾ ਭਗਤ ਰਵਿਦਾਸ ਜੀ ਦੇ ਚਰਨ ਫੜ ਲਏ, ਕਹਿੰਦਾ ਬਾਬਾ ਮੈਂ ਤੇ ਤੈਨੂੰ ਗਰੀਬ ਸਮਝਦਾ ਸਾਂ, ਪਰ ਜਿੱਦਾਂ ਤੂੰ ਅਮੀਰ ਹੈ ਏਡਾ ਕੋਈ ਅਮੀਰ ਨਹੀਂ ਹੋ ਸਕਦਾ। ਕਿਉਂਕਿ ਭਗਤ ਰਵਿਦਾਸ ਜੀ ਨੂੰ ਕਹਿੰਦਾ ਮੈਂ ਕਹਿ ਕੇ ਵੀ ਗਿਆ ਸਾਂ ਜਿਹੜੀ ਚੀਜ਼ ਛੁਆਓਗੇ ਸੋਨਾ ਬਣ ਜਾਏਗੀ। ਸਾਡੇ ਵਰਗੇ ਮਾਇਕ ਪਦਾਰਥ ਮੰਗਣ ਵਾਲੇ ਲੋਕਾਂ ਕੋਲ ਜੇ ਪਾਰਸ ਪੱਥਰ ਹੁੰਦਾ ਨਾ, ਸੱਚਾ ਅਸੀਂ ਆਪਣੇ ਥਮਲੇ ਵੀ ਸੋਨੇ ਦੇ ਬਣਾ ਲੈਂਦੇ, ਆਪਣੇ ਘਰ ਦੀਆਂ ਛੱਤਾਂ ਨੂੰ ਵੀ ਸੋਨਾ ਲਾ ਲੈਂਦੇ। ਪਰ ਭਗਤ ਰਵਿਦਾਸ ਕਹਿੰਦਾ ਜਿੱਥੇ ਧਰ ਕੇ ਗਿਆ ਸਾਂ ਉੱਥੋਂ ਚੁੱਕ ਲੈ, ਜਿੱਥੇ ਪਾਰਸ ਪੱਥਰ ਧਰ ਕੇ ਗਿਆ ਸਾਂ ਉੱਥੇ ਹੀ ਪਿਆ ਹੋਏਗਾ, ਮੈਂ ਤੇ ਵੇਖਿਆ ਨਹੀਂ। ਕਿਉਂਕਿ ਅੰਦਰ ਦੀ ਅਮੀਰੀ ਬਹੁਤ ਹੈ। ਜਿਨ੍ਹਾਂ ਦੇ ਅੰਦਰ ਅਮੀਰ ਹੁੰਦੇ ਨੇ ਉਹ ਭਾਵੇਂ ਬਾਹਰੋਂ ਗਰੀਬ ਵੀ ਹੋਣ ਨਾ, ਮੇਰੇ ਸਤਿਗੁਰੂ ਉਹਨਾਂ ਤੇ ਗਰੀਬ ਨਵਾਜੀ ਕਰਦੇ। ਭਗਤ ਰਵਿਦਾਸ ਜੀ ਬਾਹਰੀ ਤੌਰ ਤੇ ਨਹੀਂ ਕਹਿ ਰਹੇ, ਅੰਤਰੀਵੀ ਤੌਰ ਤੇ ਭਿੱਜ ਕੇ ਗੱਲ ਕਰ ਰਹੇ ਨੇ ਗੁਰੂ ਸਾਹਿਬ ਨਾਲ, ਕਿਉਂਕਿ ਇਹ ਸੰਸਾਰੀ ਗੱਲਾਂ ਨਹੀਂ, ਇਹ ਆਰਥਿਕ ਪੱਖ ਦੀਆਂ ਗੱਲਾਂ ਨਹੀਂ। ਕਿਤੇ ਡੁੰਗਾਈ ਚੰਤਰ ਆਤਮੇ ਵਿਚਾਰਿਓ ਭਗਤ ਰਵਿਦਾਸ ਕਹਿਣਾ ਕੀ ਚਾਹੁੰਦੇ ਨੇ? ਕਹਿੰਦੇ ਕੰਮ ਸਰ ਦੀਨ ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਤੇਰੇ ਵਰਗਾ ਕਿਰਪਾਲੂ। ਕਿਉਂਕਿ ਗਰੀਬ ਤੇ ਬੜੇ ਨੇ, ਇੱਥੇ ਗਰੀਬ ਤੇ ਬੜੇ ਨੇ ਜਿਹੜੇ ਅਰਦਾਸਾਂ ਲੈ ਕੇ ਆਉਂਦੇ, ਸਤਿਗੁਰੂ ਕਿਰਪਾ ਕਰ,
सानू धन दे दे, सानू कोठी गड्डी, आ सब कुछ मंगदे आ जी। पर भगत रविदास जी ने यह नहीं मंगया भी मैनू गड्डी दे दी, मैनू कोठी दे दी। उन्हें की मंगया? हम सर दी दयाल ना तुम सर, आप त्यार क्या कीजै। कहंदे मेरी कंगालता नू विचारी ना, मैं कंगाल हाँ, पर सतगुरा मेरी कंगालता नू ना विचारी, मेरी कंगालता नू एक पासे रख दी, मैं तेरे अंदर अभेद होना चाहना। यह मंगया है कि मैं तेरे अंदर अभेद होना चाहना। बड़े गरीब सतगुरु दी चरण शरण विच आए, जिस सतगुरु दे पावन अस्थान ते बैठे आ, उन्हां तो बड़ा गरीब कौन हो सकता है? घुंगणियां बेच के गुजारा करना। पर जे गुरु रामदास सच्चे पातशाह दी बाहरी गरीबी वेखोगे तो अत दर्जे दी है, पर जे गुरु रामदास सच्चे पातशाह दी अंदर दी अमीरी वेखोगे ते उन्हां वर्गा अमीर कोई नहीं। इसलिए अंदर किते गुरु साडे अमीरी बख्श दे, बाहर भावें गरीबी क्यों ना होवे, जे गरीबी होवेगी सच है वो झोंपड़ी भी चंगी लगेगी, लूण नाल खाधी कोई रोटी भी अमृत लगेगी। पर जे साडे अंदर ओ सतगुरु दी किरपा सदका सबर नहीं ना, ते सच गा एसियां च सुते कोई लोग भी तड़पदे पे ने। जिन्हां कोल एयर कंडीशन गड्डियां ने वो सुख थोड़ा मान रहे ने, वो पता नहीं साडे नालों भी किन्ने आतुर ते दुखी ने, दुखी ने जी वो। इस करके जे सतगुरु एक कृपा करे ना, दरबार साहब पहली अरदास तो बाद रागी सिंघां ने एक शब्द पढ़िया, वो कहंदे भूखे भगत ना कीजै, जै माला अपनी लीजै, हम मांगो संतन रेना, मैं ना ही किसी का देना। किड्डी बड़ी अमीरी है। की मंगया? कहंदे संत जना दी मैं रेन सेवा करनी मंगदा, संत जन आउण उन्हां दी मैं सेवा करा, उन्हां दी मैं सेवा करा। हम मांगो संतन रेना, मैं ना ही किसी का देना, मैं किसी का देना नहीं, मेरे सिर ते कोई कर्ज नहीं, क्योंकि भगत जन सदा सुरखरू रहिंदे ने। करजे वाले वो होंदे ने जिहड़े लोन चुकते हैं, जिहड़े प्रॉपर्टी बनाते हैं, बड़ा कुछ बनाते हैं, उन्हां दे सिरां ते कर्जा है। पर जिहड़े सतगुरु नाल जुड़े ने उन्हां दे सिर ते कर्जा कोई। वो कहंदे सतगुरु, एक सिख दा मैं जिक्र करा। गुरु नानक साहब वक्त एक सिख तरखान सिख सी, ਇਹਦੇ घर कोई भी आउंदा ना इहनूं चाह हुंदा भी मैं सेवा करा सिखां दी। कोई भी आउंदा मुसाफर ਉਹਦੀ ਇਹਨੇ बड़ी सेवा करनी, काला कि कामकार कोई नहीं सी, लोकां दे घरां तो मंग के लैके आउंदा सी, पर भुੱਖਾ नहीं सी किसे नूं तोड़दा। ਇਹ भावना है किते साडे च? साडे घर कोई गरीब आवे ठुड्डे मार के कढ दिंदे जा वेलड़ा, पर ਉਹਨੇ बहाना प्रशादा पानी छकाना ਉਹਨੂੰ। ते कहंदे कन एक दिन ऐसा आया, सतगुरु गुरु नानक साहब ਉਹਦੇ घर आ गए। गुरु नानक साहब जिदन आए ना, अज भी मंगण गया पर अज किसे कैर ना पाई। कहंदे ते बंदा विलड़ गया, लोकां दे घरां चों मंग के जिहड़े संत आउंदे ने, कोई फकीर आउंदे ने, उन्हां नूं खवांदा ते रोज दिहाड़ी ये ते अपना घर पालदा है, पर वो इदां नहीं सी करदा, उन्हां नूं खवाउण वास्ते मंगदा सी। भावना ਉਹਦੀ बड़ी उच्ची सी। कहंदे अज किसे ने कुछ ना दिता, ते कहंदे राह विच खलोता, कहंदा सतगुरु मेरे दर तो आ भुखे ना जाण जिहड़े संत जन आए। पता नहीं सी गुरु नानक साहब ने, भुखे ना जाण, किरपा करियो जे, रहमत वरताओ, कोई ऐसी बख्शिश करो, मैं इन्हां नूं प्रशादा पानी खवा के भेजा। राह च खलोता ते कहंदे कन लोग भज्जे दौड़े जा रहे सन। पुछदा किधर चले हो? कहंदे वो सामने घोल हो रहा, बड़ा वड्डा पहलवान आया, नामी जिहदी झंडी है, ते कहंदा मैं भी जाना। कहंदे नाम किन्ना है? कहंदे घारे नूं 1000 रुपया, जिते नूं 2000। कहंदे कन चलो मैं भी चलदा। ये भी चल गया उस जगह दे उपर, ते खाड़े विच अपने कपड़े ला के उतर गया। वो नाल वाले कहंदे ने मरना तू, एडा वड्डा पहलवान है, झंडी गए दी, ते तू इहदे तो मरना? लत्तां बाहां तड़ाणियां ने। कहंदा लत्तां बाहां भावें टुट जाण, जे मैं हार भी गया रुपया 1500 ते मिलेगा। काहदे लई? कहंदा वो लिजा के फिर जिहड़े संत मेरे घर बैठे ने ना, उन्हां नूं मैं प्रशादा पानी छकावां। इस करके मैनूं मरना भी प्रवान है, लत्तां बाहां तड़ाणियां भी प्रवान ने, पर मेरे घर च आए हुए जिहड़े संत ने ना, वो खाली ना मुड़ जाण, भुखे ना मुड़ जाण। ये भावना लैके खाड़े च उतरिया। वो पहलवान कहंदा वा मरना ही मरना तू मेरे सामने खलोता, तेनू नहीं पता मेरी झंडी, लोग दूर दूर तक मेरे तो डरदे आ। ते कहंदा पहलवान जी भावें मार दो, भावें कट पैर तोड़ दो, पर मैं आया इस कारण मेरे घर संत जन आए आ, ते मैं नहीं चाहुंदा भुखे मुड़ जाण, इसलिए मैं अपना आपा भी निशावर कर दांगा, पर उन्हां दी सेवा विच जे मेरे घर दा कोई प्रसाद पानी अन्न उन्हां अंदर चलेगा ते मैं समझांगा मैं बड़े वड्डे भागां वाला।
ਮੇਰੇ ਤੇ ਬੜੀ ਕਿਰਪਾ ਹੈ, ਇਸ ਕਰਕੇ ਮੈਂ ਉਹਨਾਂ ਦੀ ਸੇਵਾ ਕਰਨ ਦੇ ਲਈ ਇਸ ਜਗ੍ਹਾ ਤੇ ਆਇਆ। ਮੈਂ ਤਾਂ ਕਰਕੇ ਖਾੜੇ ਚ ਉਤਰਿਆ। ਭਲਵਾਨ ਬੜਾ ਸਿਆਣਾ ਸੀ, ਉਹ ਕਹਿੰਦਾ ਮੈਂ ਤੇਰੇ ਤੇ ਮਾੜਾ ਜਿਹਾ ਤੇਰੇ ਵੱਲ ਇਸ਼ਾਰਾ ਕਰਾਂਗਾ, ਤੂੰ ਡਿੱਗ ਜਾਈਂ। ਤੇ ਕਹਿੰਦਾ ਜਿਹੜਾ ਏਡੀ ਵੱਡੀ ਭਾਵਨਾ ਲੈ ਕੇ ਇੱਥੇ ਖਾੜੇ ਚ ਲੱਤਾਂ ਬਾਹਾਂ ਦੀ ਪਰਵਾਹ ਕਰਕੇ ਬਿਨਾਂ ਪਰਵਾਹ ਕਰੇ ਤੂੰ ਉਤਰ ਗਿਆ, ਕਹਿੰਦੇ ਕਨ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ, ਮੇਰੀ ਵੀ ਸੇਵਾ ਤੇਰੇ ਨਾਲ ਕਿਤੇ ਸਫਲੀ ਹੋ ਜਾਏਗੀ। ਕਹਿੰਦੇ ਇਸ ਕਰਕੇ ਉਹਨੇ ਨਾ ਹਾਰ ਗਿਆ। ਫਿਰ ਉਹ ਜਿਹੜੇ ਪੈਸੇ ਮਿਲੇ ਉਹਨਾਂ ਨਾਲ ਸੇਵਾ ਕੀਤੀ। ਕਹਿਣ ਤੋਂ ਮੁਰਾਦ ਭਾਵੇਂ ਘਰੇ ਕੱਖ ਨਾ ਹੋਵੇ, ਪਰ ਜੇ ਸੇਵਾ ਦੀ ਭਾਵਨਾ ਹੋਵੇ ਤੇ ਆਪਾਂ ਸਭ ਕੁਝ ਕਰ ਸਕਦੇ ਹਾਂ। ਸੋ ਕਮ ਸਰ ਦੀਨ ਦਿਆਲ ਨਾ ਤੁਮ ਸਰ, ਉਹਦੇ ਵਰਗਾ ਕੋਈ ਦਿਆਲੂ ਨਹੀਂ। ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਕੀ ਪ੍ਰਤਪਾਲੋ ਕਮ ਬਾਰਕ ਤੁਮਰੇ ਧਾਰੇ। दीनन की प्रतिपाल करा नित संत उभार, गनी मन गारै पछ पशु नग नाग नरादव सर्व समय, सबको प्रतिपारै पोग तकै जल में तल में पल में कल के नहीं कर्म विचारै। दीन दयाल दया निध दोखन देख थकै पर देत ना करै। साडे वर्गे पापियां दे किन्ने दुख देखदा पर चितारदा नहीं, फिर भी रोटी ते रिजक दे रहा। इसलिए भगत रविदास जी कहंदे किरपा करियो, तुहाडे वर्गा दयालू नहीं ते मेरे वर्गा गरीब कोई नहीं, पर यह किरपा करियो रहमत वरतायो, मेरी कंगालता नूं तुसीं किते चितारियो ना। बचनी तोर मोर मन मानै, जन को पूरन दीजै। सतगुरु साहब सच्चे पातशाह जी, मैं ये तकदा तुसीं मेरे नाल बोलदे क्यों नहीं। बचनी तोर मोर मन मानै, जन को पूरन दीजै। सतगुरु साहब सच्चे पातशाह बचनी तोर मोर मन मानै, जन को पूरन दीजै। तुसी किरपा दे घर हो, रहमतां दे घर हो, बख्शां दे दाते हो। ये बख्शिश करो, ये रहमत करो, ये किरपा करो किते मेरे अंदर तुहाडे गुण जिहड़े कण प्रवेश कर जाण। मैं आप जी दे गुणां नूं गावां ते सतगुरु जी आप जी दे अंदर ही अभेद हो जावां, आप जी दे अंदर ही समा जावां। हाँ बल बल जाओ रमैया कारने, कारण कवन अबोल। मैं बलिहार जाना आप जी तो सदके जाना, वारने जाना। हूं बल बल जाऊं रमैया कारने, हे मेरे सोने राम मैं आप जी तो सदके जाना, वारने जाना। असी भी किते सतगुरु तो बलिहार जाइए। बड़े मालक नाल ਜਿਹੜੇ ਨੇ ਤਾਨੇ ਮੇਨੇ ਗੋੜਦਿਆਂ, ਤੂੰ ਆ ਨਹੀਂ ਦਿੱਤਾ, ਤੂੰ ਆ ਨਹੀਂ ਦਿੱਤਾ, ਪਰ ਕਿਤੇ ਸ਼ੁਕਰ ਕਰਿਆ ਕਰੋ ਉਸ ਰੱਬ ਨੇ ਵੇਖਣ ਲਈ ਅੱਖਾਂ ਦਿੱਤੀਆਂ, ਬੋਲਣ ਲਈ ਜੀਭਾ ਦਿੱਤੀ, ਸੁਣਨ ਲਈ ਕੰਨ ਦਿੱਤੇ, ਤੁਰਨ ਲਈ ਪੈਰ ਦਿੱਤੇ ਤੇ ਕੰਮ ਕਰਨ ਲਈ ਹੱਥ ਦਿੱਤੇ ਨੇ। ਜੇ ਫਿਰ ਵੀ ਕਹਿੰਦੇ ਆ ਤੂੰ ਕੱਖ ਨਹੀਂ ਦਿੱਤਾ ਤੇ ਫਿਰ ਲਾਹਨਤ ਹੈ ਸਾਡੇ ਤੇ। ਨਹੀਂ ਉੱਠ ਕੇ ਕਿਆ ਕਰੋ, ਸਤਿਗੁਰੂ ਤੂੰ ਐਡਾ ਸੋਹਣਾ ਸਰੀਰ ਦਿੱਤਾ, ਜਿਹੜੇ ਬਿਮਾਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦੇ ਪੈਰ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦੇ ਹੱਥ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ। ਸ਼ੁਕਰਾਨਾ ਤੇ ਸਵੇਰੇ ਉੱਠਦਿਆਂ ਸਾਰੀ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਬਲਿਹਾਰ ਜਾਈਏ ਆਪਣੇ ਸਤਿਗੁਰੂ ਤੋਂ, ਮਾਲਕ ਤੋਂ ਸਦਕੇ ਜਾਈਏ। ਤੂੰ ਸਤਿਗੁਰੂ ਇੰਨਾ ਕੁਝ ਸਾਨੂੰ ਦਿੱਤਾ ਹੈ। ਭਗਤ ਰਵਿਦਾਸ ਜੀ ਕਹਿੰਦੇ ਕੌਂ ਬਲ ਬਲ ਜਾऊं ਰਮਈਆ ਕਾਰਨੇ, ਮੈਂ ਸਤਿਗੁਰੂ ਆਪ ਜੀ ਤੋਂ ਬਲਿਹਾਰ ਜਾਣਾ ਕਾਰਨ ਕਮਨ ਅਬੋਲ। ਤੇ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਮੇਰੇ ਨਾਲ ਬੋਲਦੇ ਕਿਉਂ ਨਹੀਂ, ਇਹ ਗੱਲ ਕਹੀ। ਵੇਖੋ ਜਦੋਂ ਭਗਤ ਜੁੜਦਾ ਨਾ ਮਾਲਕ ਦਾ, ਉਹਨੂੰ ਸੈਨ ਮਿਲਦਾ, ਸੰਕੇਤ ਮਿਲਦਾ। ਇਹਦਾ ਮਤਲਬ ਹੈ ਉਹਦੀ ਗੱਲ ਹੁੰਦੀ ਹੈ, ਉਹਦੇ ਨਾਲ ਜੁੜਦਾ ਤੇ ਉਹਨੂੰ ਸੰਕੇਤ ਮਿਲਦਾ। ਭਗਤ ਰਵਿਦਾਸ ਜੀ ਕਹਿੰਦੇ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ। ਇੱਕ ਥਾਂ ਤੇ ਭਗਤ ਬਾਬਾ ਕਬੀਰ ਸਾਹਿਬ ਕਹਿੰਦੇ ਕਰਬਤ ਭਲਾ ਨਾ ਕਰਬਤ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ ਕੋ, ਵਰਮੁਖ ਫੇਰ ਪਿਆਰੇ ਕਰਬਤ ਦੇ ਮੋਕੋ ਕਾਹੇ ਕੋ ਮਾਰੇ। ਰੱਬ ਜੀ ਮੈਂ ਆਪ ਜੀ ਨੂੰ ਮਿਲਣ ਆਇਆ, ਪਰ ਤੁਸੀਂ ਮੇਰੇ ਵੱਲ ਪਿੱਠ ਕਰ ਲਈ। ਕਿਰਪਾ ਕਰੋ ਦੱਸੋ ਮੇਰਾ ਗੁਨਾਹ ਕੀ ਹੈ, ਕਸੂਰ ਕੀ ਹੈ। ਤੁਸੀਂ ਪਿੱਠ ਕਰਦੇ ਹੋ ਤੇ ਮੈਨੂੰ ਐਂ ਲੱਗਦਾ ਹੈ ਜਿਵੇਂ ਮੇਰੀ ਮੌਤ ਹੋ ਗਈ ਹੈ। ਪਰ ਜੇ ਤੁਸੀਂ ਮੁੱਖ ਕਰੋ ਨਾ ਤੇ ਭਾਵੇਂ ਮੇਰੇ ਸਿਰ ਤੇ ਆਰਾ ਵੀ ਚੱਲ ਜੇ ਮੈਂ ਉਹ ਕਬੂਲ ਕਰ ਲਵਾਂਗਾ, ਪਰ ਜੇ ਤੁਹਾਡਾ ਮੁੱਖ ਮੇਰੇ ਵੱਲ ਹੋਵੇਗਾ ਮੈਂ ਸੀ ਵੀ ਨਹੀਂ ਕਰਾਂਗਾ, ਆਰਾ ਭਾਵੇਂ ਮੇਰੇ ਉੱਤੋਂ ਦੀ ਚੱਲ ਜਾਏ। ਜਿਵੇਂ ਭਾਈ ਮਤੀ ਦਾਸ ਜੀ ਨੇ ਆਪਣੇ ਸੀਸ ਤੇ ਆਰਾ ਚਲਾਇਆ, ਪੁੱਛਿਆ ਮੰਗ ਕੀ, ਕਹਿੰਦੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮੁੱਖ ਮੇਰੇ ਵੱਲੋਂ। ਇਸ ਲਈ ਭਗਤ ਕਬੀਰ ਸਾਹਿਬ ਕਹਿੰਦੇ ਸਤਿਗੁਰੂ ਤੁਹਾਡਾ ਮੁੱਖ ਮੇਰੇ ਵੱਲ ਹੋਵੇ ਤੇ ਮੇਰੇ ਸੀਸ ਤੇ ਆਰਾ ਵੀ ਚੱਲਦਾ ਹੋਵੇ, ਮੈਂ ਸੀ ਨਹੀਂ ਕਰਾਂਗਾ, ਪਰ ਜਿੱਦਣ ਪਿੱਠ ਹੁੰਦੀ ਹੈ ਨਾ ਮੈਨੂੰ ਏਦਾਂ ਲੱਗਦਾ ਜਿਵੇਂ ਮੇਰੀ ਮੌਤ ਹੋ ਗਈ। ਇਸ ਲਈ ਪਿੱਠ ਨਾ ਕਰਿਓ। ਭਗਤ ਰਵਿਦਾਸ ਸਾਹਿਬ ਕਹਿੰਦੇ ਆ
ਸਤਿਗੁਰੂ ਮੇਰੇ ਨਾਲ ਤੁਸੀਂ ਕਿਉਂ ਨਹੀਂ ਬੋਲਦੇ? ਰਹਾਉ ਠਹਿਰਾਓ ਦੇ ਕਰਕੇ, ਰਹਾਉ ਦੇ ਬੰਦ ਦਾ ਮਤਲਬ ਵਿਚਾਰਨਾ ਕਹਿ ਇਸ ਨੂੰ, ਠਹਿਰਾਓ ਦੇ ਕੇ ਸਤਿਗੁਰੂ ਜੀ ਕਹਿੰਦੇ ਕੰਨ ਬਹੁਤ ਜਨਮ ਵਿਛੋਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਬੜਾ ਲੰਮਾ ਅਰਸਾ ਹੋ ਗਿਆ ਸਾਨੂੰ ਰੱਬ ਤੋਂ ਵਿਛੜਿਆ ਹੋਇਆ। ਜੇ ਤੱਕੀ ਆਪਣੇ ਆਪ ਨੂੰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹਰ ਬ੍ਰਿਖ। ਬੜਾ ਸਮਾਂ ਹੋ ਗਿਆ ਰੱਬ ਤੋਂ ਵਿਛੜਿਆ ਨੂੰ, ਕਿਉਂਕਿ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨਾ, ਉਹਨਾਂ ਦੇ ਕੋਲ ਸਿੱਖ ਆਇਆ ਇੱਕ, ਉਹ ਬੇਨਤੀ ਕਰਦਾ ਸਰੀਰ ਦੀ, ਤੇ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਉਹ ਸਰੀਰ ਨਾਸ਼ਵਾਨ ਹੈ, ਸਰੀਰ ਬਿਨਸੇਗਾ ਪਰ ਆਤਮਾ ਨਹੀਂ ਬਿਨਸਦੀ। ਸਰੀਰ ਜਿਹੜਾ ਉਹ ਬਿਨਸੇਗਾ, ਆਤਮਾ ਨਹੀਂ ਬਿਨਸਦੀ। ਕਈ ਜਨਮ ਪੈ ਕੀੜ ਪਤੰਗਾ, ਕੌਣ ਲੰਘ ਰਿਹਾ ਉਹਦੇ ਚੋਂ? ਆਤਮਾ ਲੰਘ ਰਹੀ ਹੈ। ਸਰੀਰ ਮਰਦਾ ਹੈ, ਆਤਮਾ ਨਹੀਂ ਮਰਦੀ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਸਰੀਰ ਮਰੇਗਾ ਪਰ ਜੇ ਆਤਮਾ ਦੀ ਗੱਲ ਕਰਦੇ ਆਤਮਾ ਨਹੀਂ ਮਰਨੀ, ਇਹਨੂੰ ਪਰਮਾਤਮਾ ਚ ਭੇਦ ਕਰਨਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਗਤ ਰਵਿਦਾਸ ਸਾਹਿਬ ਜੀ ਬਹੁਤ ਜਨਮ ਵਿਛੜੇ ਤੇ ਮਾਧੋ, ਬੜੇ ਜਨਮ ਹੋ ਗਏ ਵਿਛੜਿਆਂ ਨੂੰ। ਕਿਤੇ ਗੁਣੇ ਅਰਦਾਸ ਕਰਦੇ ਪੜਦੇ ਤੇ ਰੋਜ਼ਾਂ ਸੋਦਰ ਦੇ ਅੰਦਰ ਕੀ ਕਿ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ ਅਵਰ ਕਾਤ ਰ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ, ਕੇਵਲ ਨਾਮੇ ਕਹਿਣ ਮਾਤਰ ਨਾ ਰਹਿ ਜੇ। ਇਹ ਕਿਤੇ ਅਰਦਾਸ ਸਾਡੀ ਰੂਹ ਦੀ ਬਣ ਜਾਏ, ਸਾਡੇ ਅੰਦਰ ਦੀ ਬਣ ਜੇ ਕਿ ਸਤਿਗੁਰੂ ਕਿਰਪਾ ਕਰ ਆਹੀ ਜਾਮਾ ਹੈ, ਇਸ ਤੋਂ ਬਾਅਦ ਫਿਰ ਤੇਰੇ ਨਾਲ ਮਿਲਾਪ ਨਹੀਂ ਹੋਣਾ। ਇਹ ਜਾਮਾ ਦਿੱਤਾ ਹੀ ਤਾਂ ਹੈ, ਸਤਿਗੁਰੂ ਨੇ ਮਿਲਾਪ ਲਈ ਜਾਮਾ ਦਿੱਤਾ ਹੈ। ਤੇ ਬੜੇ ਜਨਮ ਹੋ ਗਿਆ ਜੀ ਸਾਨੂੰ ਵਿਛੜਿਆਂ ਨੂੰ, ਸਤਿਗੁਰੂ ਕਿਰਪਾ ਕਰਕੇ ਤੇ ਇਸੇ ਜਨਮ ਚ ਤੇਰੇ ਨਾਲ ਬਣ ਆਵੇ, ਤੇਰੇ ਅੰਦਰ ਅਸੀਂ ਅਭੇਦ ਹੋ ਜਾਈਏ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮੈਂ ਇਸ ਆਸ ਚ ਜੀ ਰਿਹਾ ਕਿ ਆਪ ਜੀ ਦੇ ਕਿਤੇ ਦਰਸ਼ਨ ਹੋ ਜਾਣ, ਦੀਦਾਰ ਹੋ ਜਾਣ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਨੈਣਾ ਦਾ ਮਤਲਬ ਉੱਥੇ ਅੱਖਾਂ ਜਿਹੜੀਆਂ ਕਈਆਂ, ਪਰ ਉੱਥੇ ਜਿਹੜਾ ਕਾਂ ਦਾ ਜ਼ਿਕਰ ਕੀਤਾ ਨਾ, ਉਹ ਭਗਤ ਬਾਬਾ ਫਰੀਦ ਸਾਹਿਬ ਜੀ ਨੇ ਹੰਕਾਰ ਰੂਪੀ ਕਾਂ ਦਾ ਜ਼ਿਕਰ ਕੀਤਾ ਵੀ ਹੰਕਾਰ ਰੂਪੀ ਜਿਹੜਾ ਕਾਂ ਹੈ ਨਾ ਉਹ ਅੰਦਰੋਂ ਅੰਦਰ ਹੀ ਮੈਨੂੰ ਖਾ ਰਿਹਾ ਹੈ ਤੇ ਇਹ ਰੋਸ਼ਨੀ ਕਿਤੇ ਖਤਮ ਨਾ ਜਾਏ। ਮੈਂ ਜੂੰਦਿਆਂ ਜੀ ਆਪਣੇ ਮਾਲਕ ਦੇ ਦੀਦਾਰ ਕਰਨਾ ਚਾਹੁੰਦਾ, ਜੂੰਦਿਆਂ ਜੀ ਆਪਣੇ ਮਾਲਕ ਦੇ ਦਰਸ਼ਨ ਕਰਨਾ ਚਾਹੁੰਦਾ। ਕਿਤੇ ਸਾਡਾ ਆਤਮਾ ਵੀ ਇਸ ਚੀਜ਼ ਚ ਭਿੱਜ ਜੇ ਕਿ ਮੈਂ ਜੂੰਦਿਆਂ ਜੀ ਆਪਣੇ ਰੱਬ ਚ ਅਭੇਦ ਹੋ ਜਾ, ਮਰਨ ਤੋਂ ਬਾਅਦ ਨਹੀਂ। ਕਿਉਂਕਿ ਕਹਿੰਦੇ ਕਨ ਭਗਤ ਬਾਬਾ ਬੇਣੀ ਜੀ ਕੀ ਬੇਣੀ ਕਾ ਸੁਨੋ ਰੇ ਸੰਤੋ ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਮੁਕਤੀ ਕਿੰਨੇ ਪ੍ਰਾਪਤ ਕੀਤੀ? ਜੂੰਦਿਆਂ ਜੀ ਅਭੇਦ ਹੋਣਾ ਹੈ। ਜੀਵਨ ਮੁਕਤ ਸੁਆਖੀ ਹੈ, ਮਰ ਜੀਵੈ ਮਰੀਆ। ਤੇ ਭਗਤ ਬਾਬਾ ਰਵਿਦਾਸ ਸਾਹਿਬ ਕਹਿੰਦੇ ਸਤਿਗੁਰੂ ਕਿਰਪਾ ਕਰ ਕਿਤੇ ਮੈਂ ਜੂੰਦਿਆਂ ਜੀ ਆਪ ਜੀ ਦੇ ਅੰਦਰ ਅਭੇਦ ਹੋ ਜਾਵਾਂ, ਕਿਤੇ ਜੂੰਦਿਆਂ ਜੀ ਮੇਰਾ ਇਹ ਜਾਮਾ ਸਤਿਗੁਰੂ ਤੁਹਾਡੇ ਅੰਦਰ ਅਭੇਦ ਹੋ ਜਾਵੇ, ਇਹ ਆਤਮਾ ਆਪ ਜੀ ਦੇ ਅੰਦਰ ਇੱਕਮਿਕ ਹੋ ਜਾਏ। ਇਹ ਆਸ ਲੈ ਕੇ ਜ਼ਿੰਦਗੀ ਬਤੀਤ ਕਰੀਏ, ਬੜੀਆਂ ਆਸਾਂ ਲੈ ਕੇ ਜ਼ਿੰਦਗੀ ਬਤੀਤ ਕਰਦੇ ਆਂ, ਪਰ ਕਿਤੇ ਗੁਰੂ ਸਾਹਿਬ ਦੇ ਦਰਬਾਰ ਚ ਆਉਂਦੇ ਹੋ, ਜਿੱਥੇ ਇੰਨਾ ਕੁਝ ਮੰਗਦੇ ਹੋ ਨਾ, ਉੱਥੇ ਸਤਿਗੁਰਾਂ ਕੋਲ ਇਹ ਮੰਗਿਆ ਕਰੋ ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, अपना नाम देखो, अपना नाम देखो, अपना नाम देहो, अपना नाम दे। गुण गावा दिन रात, गुण गावा दिन रात, गुण गावा दिन रात, गुण गावा दिन रात। नानक चाओ हो, नानक चाओ हो, नानक चाओ एहो, नानक चाओ एहो। सतगुरु तो किते झोली अड के आ भी मंगो, जदों नाम मिलेगा ना फिर सतगुरु जी सारियां कमियां पेशियां पूरियां कर दे। जदों नाम आ गया, क्योंकि सब वड्याइयां हर नाम विच जे गुरमुख ध्याई है, जे ही वस्त मंगी है साफ पाइए, जे नाम चित लाइए सब कुछ मिलेगा। आओ चल रही लड़ीवार
ਜੋ ਵਿਚਾਰਕ ਹੈ ਉਹਦੇ ਨਾਲ ਜੁੜਨਾ ਕਰੀਏ ਜੀ। ਸ਼ਲੋਕ ਮਹੱਲਾ ਪਹਿਲਾ। ਵੇਲ ਪਿਆਇਆ ਕਤ ਬਣਾਇਆ। ਕਹਿੰਦੇ ਕਨ ਵੇਲ ਪਿੰਜਾਇਆ, ਰੂਹ ਪਿੰਜਣ ਵਾਲੀ ਜੋ ਉਹਦੇ ਅੰਦਰ ਰੂਹ ਜਿਹੜਾ ਕਿ ਉਹ ਪਿੰਜਿਆ ਜਾਂਦਾ, ਕੱਤ ਉਨਾਇਆ, ਤੇ ਫਿਰ ਉਹਨੂੰ ਕੱਤ ਕੇ ਉਹਦਾ ਕੱਪੜਾ ਜਿਹੜਾ ਬਣਾਇਆ ਕਿ ਕਾਟ ਕੋਟ ਕਰ ਖੁੰਭ ਚੜਾਇਆ। ਫਿਰ ਉਹਨੂੰ ਕੱਟ ਕੁੱਟ ਕੇ ਤੇ ਖੁੰਭ ਦੇ ਉੱਪਰ ਸੁੱਕਣੇ ਪਾ ਦਿੱਤਾ। ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ। ਲੋਹਾ ਵੱਡੇ ਦਾ ਮਤਲਬ ਹੈ ਕੈਂਚੀ ਲੋਹੇ ਦੀ ਹੁੰਦੀ ਹੈ, ਇਸ ਕਰਕੇ ਲੋਹਾ ਵੱਡਾ ਕੈਂਚੀ ਵੱਢਦੀ ਹੈ, ਜਿਹੜੀ ਇਹ ਕੈਂਚੀ ਵੱਢਦੀ ਹੈ। ਦਰਜੀ ਪਾੜੇ, ਦਰਜੀ ਉਸ ਕੱਪੜੇ ਨੂੰ ਥੋੜਾ ਜਿਹਾ ਵੇਖੋ ਕਦੀ ਕਿ ਜਦੋਂ ਥਾਣ ਵਿੱਚੋਂ ਕੱਪੜਾ ਕੱਟਦਾ ਟੱਕ ਥੋੜਾ ਜਿਹਾ ਕੈਂਚੀ ਨਾਲ ਲਾਉਂਦਾ, ਬਾਅਦ ਵਿੱਚ ਉਹਨੂੰ ਸਿੱਧਾ ਖਿੱਚ ਦਿੰਦਾ, ਉਹਦੇ ਨਾਲ ਸਿੱਧਾ ਕੱਪੜਾ ਪਾੜਦਾ, ਇੱਧਰ ਉੱਧਰ ਨਹੀਂ ਜਾਂਦਾ। ਇਸ ਕਰਕੇ ਕੈਂਚੀ ਜਿਹੜੀ ਗਾ ਲੋਹਾ ਕੱਟੈ, ਦਰਜੀ ਪਾੜੈ, ਦਰਜੀ ਉਹਨੂੰ ਪਾੜਦਾ ਹੈ, ਤੇ ਸੂਈ ਧਾਗਾ ਜਿਹੜਾ ਗਾ ਉਹਨੂੰ ਸੀਂਦਾ ਹੈ। ਪਹਿਲਾਂ ਉਹਨੂੰ ਕੱਟਿਆ ਜਾਂਦਾ, ਫਿਰ ਉਸ ਕੱਪੜੇ ਨੂੰ ਜੋ ਸ਼ੇਪ ਹੈ, ਕਿਉਂਕਿ ਜੋ ਆਕਾਰ ਹੈ ਆਪਣੇ ਆਕਾਰ ਦੇ ਮੁਤਾਬਕ, ਫਿਰ ਦਰਜੀ ਉਹਨੂੰ ਕਿਹੜਾ ਕਹੇ ਸੂਈ ਤੇ ਧਾਗੇ ਨਾਲ ਸਿੰਦਾ ਕਹੇ। ਇਉ ਪਤ ਪਾਟੀ ਸਿਫਤੀ ਸੀਵੈ ਸੀਪੈ ਨਾਨਕ ਜੀਵਤ ਜੀਵੈ। ਸਤਿਗੁਰੂ ਕਹਿੰਦੇ ਜਿਵੇਂ ਬਾਹਰੀ ਤੌਰ ਤੇ ਦਰਜੀ ਕੱਪੜਾ ਪਹਿਲਾਂ ਕੱਟਦਾ ਪਾੜਦਾ ਤੇ ਸਿੰਦਾ ਨਾ, ਬੰਦਿਆ ਤੇਰੀ ਇੱਜ਼ਤ ਵੀ ਮਾਨੋ ਇਸੇ ਤਰ੍ਹਾਂ ਦੀ ਪਾਟੀ ਹੋਈ ਹੈ। ਇੱਜ਼ਤ ਜਿਹੜੀ ਹੈ ਗਵਾਚੀ ਹੋਈ ਦੁਨੀਆ 'ਚ, ਪਰ ਜੇ ਤੂੰ ਚਾਹੁੰਦਾ ਕਿ ਇੱਜ਼ਤ ਮਿਲ ਜਾਏ ਤੇ ਗੁਰੂ ਨਾਨਕ ਦੇ ਘਰ ਵਿੱਚ ਆ ਜਾ, ਸਤਿਗੁਰੂ ਦੇ ਦਰ ਤੇ ਆ ਜਾ, ਤੇ ਆ ਕੇ ਕਹਿ ਸਤਿਗੁਰੂ ਮੇਰੀ ਇੱਜ਼ਤ ਗਵਾਚ ਗਈ, ਕਹੇ ਥੱਲੇ ਡਿੱਗੇ ਹੋਏ ਬੰਦਿਆਂ ਨੂੰ ਵੀ ਚੁੱਕ ਕੇ ਉਸ ਸਿਖਰ ਤੇ ਪਹੁੰਚਾ ਦਿੰਦਾ ਹੈ। ਤੁਸੀਂ ਪੜ੍ਹਦੇ ਹੋ ਨਾ, ਗਣਕਾ ਪਾਪਣ ਕੋਏ ਕਹੇ ਪਾਪਾਂ ਦਾ ਗਲ ਹਾਰ ਪਰੋਤਾ। ਜੇ ਐਵੇਂ ਦਿਆਂ ਨੂੰ ਜਗ੍ਹਾ ਮਿਲ ਸਕਦੀ ਏ ਤੇ ਤੈਨੂੰ ਵੀ ਮਿਲ ਸਕਦੀ ਏ, ਜੇ ਤੂੰ ਕਹੇਗਾ ਹਮ ਅਵਗੁਣ ਭਰੇ ਏਕ ਗੁਣ ਨਾ, ਤੈਨੂੰ ਵੀ ਜਗ੍ਹਾ ਮਿਲੇ। ਪਰ ਜੇ ਤੂੰ ਕਹੇਗਾ ਆ ਕੇ ਸਤਿਗੁਰੂ ਦੇ ਦਰ ਤੇ, ਕਹਿੰਦੇ ਤੇਰੀ ਜਿਹੜੀ ਪੱਤ ਹੈ ਉਹ ਟੱਕੀ ਜਾਵੇਗੀ, ਕਿਉਂਕਿ ਸਾਹਿਬ ਕਹਿੰਦੇ ਪੱਤ ਬਿਨ ਪਾਰ ਨਾ ਪਾਏ। ਸ਼ਬਦ ਹੈ ਅੱਖੀ ਦੇਖੈ ਜੇਬਾ ਬੋਲੇ ਕੰਨੀ ਸੁਰਤ ਸਮਾਏ। ਸਤਿਗੁਰੂ ਜੀ ਕਹਿੰਦੇ ਕਿ ਆ ਸਰੀਰ ਜਿਹੜਾ ਨਾ ਇਹ ਤੈਨੂੰ ਦਿੱਤਾ ਮਾਲਕ ਨੇ ਸਭ ਕੁਝ, ਪੈਰੀ ਚੱਲਾ ਹੱਥੀ ਕਰਨਾ ਦਿੱਤਾ ਪੈਨਾ ਖਾਏ। ਜਿਨ੍ਹਾਂ ਰਚ ਰਚਿਆ ਤਿਸੇ ਨਾ ਜਾਣੈ ਅੰਧਾ ਅੰਧ ਕਮਾਏ। ਜਾਂ ਭੱਜਾ ਤਾਂ ਠੀਕਰ ਹੋਵੇ ਘਾੜਤ ਘੜੀ ਨਾ ਜਾਏ। ਨਾਨਕ ਗੁਰ ਬਿਨ ਨਾਹੇ ਪੱਤ ਪੱਤ ਬਿਨ ਪਾਰ ਨਾ ਪਾਇਓ। ਬੰਦਿਆ ਇੱਜ਼ਤ ਤੋਂ ਬਿਨਾਂ ਰੱਬ ਦੇ ਘਰ 'ਚ ਜਗ੍ਹਾ ਨਹੀਂ ਮਿਲਣੀ। ਤੇ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇੱਜ਼ਤ ਚਾਹੁੰਦਾ, ਗਵਾਚੀ ਹੋਈ ਇੱਜ਼ਤ, ਡਿੱਗਿਆ ਹੋਇਆ ਜੀਵਨ, ਇੱਥੇ ਆ ਜਾ, ਸਤਿਗੁਰੂ ਤੇਰੇ ਤੇ ਏਡੀ ਵੱਡੀ ਕਿਰਪਾ ਕਰਨਗੇ, ਫਿਰ ਤੈਨੂੰ ਖੜਾ ਕਰ ਦੇਣ। ਬੜੇ ਆਏ ਜੀ, ਵੇਖੋ ਨਾ ਪ੍ਰੇਮੇ ਕੋੜੀ ਵਰਗੇ ਸਤਿਗੁਰਾਂ ਨੇ ਚੁੱਕ ਕੇ ਨਵੇਂ ਨਰੋਏ ਕਰ ਦਿੱਤੇ। ਬੜਿਆਂ ਦੀ ਇੱਜ਼ਤ ਖੁੱਸ ਗਈ, ਸਭ ਕੁਝ ਹੀ ਚਲਾ ਗਿਆ। ਭਾਈ ਮੰਝ ਵਰਗੇ ਜਿਨ੍ਹਾਂ ਤੋਂ ਚੌਧਰੀ ਲੈ ਲਈ, ਪਿੰਡ ਦੇ ਲੋਕ ਕਹਿੰਦੇ ਘਰ ਤੋਂ ਨਗਰ ਤੋਂ ਬਾਹਰ ਕੱਢ ਦਿੱਤਾ ਜਾਵੇ। ਕਿ ਐਸਾ ਬੰਦਾ ਜਿਹੜਾ ਰੱਬ ਤੋਂ ਟੁੱਟ ਗਿਆ ਉਹਨੂੰ ਹੀ ਰੱਬ ਸਮਝਦੇ ਸਨੇਟਾਂ ਨੂੰ। ਉਹ ਕਹਿੰਦਾ ਨਹੀਂ, ਰੱਬ ਇੱਡਾ 'ਚ ਨਹੀਂ ਬੈਠਾ, ਰੱਬ ਤੇ ਕਿਤੇ ਹੋਰ ਹੈ, ਮੈਂ ਉਸ ਰੱਬ ਦੇ ਦਰਸ਼ਨ ਕਰ ਆਇਆ, ਇਸ ਲਈ ਮੈਨੂੰ ਇੱਟਾਂ ਵਾਲੇ ਰੱਬ ਦੀ ਲੋੜ ਨਹੀਂ, ਇੱਟਾਂ ਵਾਲੇ ਰੱਬ ਨਾਲ ਮੇਰਾ ਸੰਬੰਧ ਟੁੱਟ ਗਿਆ। ਸੋ ਸਤਿਗੁਰੂ ਜੀ ਕਹਿੰਦੇ ਆ ਜਾ ਇਸ ਦਰ ਤੇ, ਤੇਰੀ ਇੱਜ਼ਤ ਦੁਬਾਰਾ ਤੈਨੂੰ ਵਾਪਸ ਮਿਲ ਜਾਏਗੀ। ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ। ਕਹਿੰਦੇ ਕੱਪੜਾ ਪੁਰਾਣਾ ਹੋ ਕੇ ਪਾੜ ਜਾਂਦਾ ਹੈ, ਉਹ ਪਾਟੇ ਹੋਏ ਕੱਪੜੇ ਨੂੰ ਸੂਈ ਤੇ ਧਾਗੇ ਨਾਲ ਗੰਢ ਲਿਆ ਜਾਂਦਾ ਹੈ। ਕਹਿੰਦੇ ਕਣ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢਾ। ਸੂਈ ਤੇ ਧਾਗਾ ਫਿਰ ਉਹਨੂੰ ਗੰਢ ਦਿੰਦਾ ਕਿ ਬਾਹੋ ਪਾਕ ਕਿਉ ਚੱਲੈ ਨਾਹੀ ਘੜੀ ਮੋਹਤ ਕਿਛ ਹੰਡੈ। ਬਾਹੋ ਕਹਿੰਦੇ ਨੇ ਮਹੀਨੇ ਨੂੰ, ਪੱਖ ਕਹਿੰਦੇ ਨੇ ਅੱਧੇ ਮਹੀਨੇ ਨੂੰ। ਕਹਿੰਦੇ ਜਿਹੜਾ ਗੰਢਿਆ ਹੋਇਆ ਨਾ, ਪਾਟਿਆ ਹੋਇਆ, ਉਹ ਮਹੀਨਾ ਅੱਧਾ ਮਹੀਨਾ ਚੱਲੇਗਾ। ਤੇ ਕਹਿੰਦੇ ਕਣ ਜਾਂ ਘੜੀ 2 ਘੜੀ ਚੱਲੇਗਾ, ਉਸ ਤੋਂ ਬਾਅਦ ਉਹ ਕੱਪੜਾ ਫਿਰ ਜਿਹੜਾ ਹੈ ਪਾੜ ਦੇਗਾ, ਉਸ ਤੋਂ ਬਾਅਦ ਫਿਰ ਪਾੜ ਦੇਗਾ। ਪਰ ਸੀਤਾ ਕਦੇ ਨਾ ਪਾਟੈ। ਜਿਹੜਾ ਸੀਤਾ ਹੋਇਆ ਉਸ ਜਗ੍ਹਾ ਤੋਂ ਕਦੀ ਵੀ ਪਾੜਦਾ ਨਹੀਂ। ਤੁਸੀਂ ਕਦੀ ਵੇਖਿਓ ਜਿੱਥੇ ਸੂਣ ਪੱਕੀ ਲੱਗੀ ਹੈ ਨਾ, ਕੱਪੜਾ ਆਲੇ ਦੁਆਲਿਓਂ ਪਾੜ ਜਾਏਗਾ, ਕੱਪੜਾ ਵਿਚਾਲਿਓਂ ਪਾੜ ਜਾਏਗਾ, ਪਰ ਜਿਹੜੀ ਸੀਨ ਪੱਕੀ ਲੱਗੀ ਹੈ ਨਾ, ਉਸ ਪੱਕੀ ਸੀਨ ਤੋਂ ਕੱਪੜਾ ਨਹੀਂ ਪਾੜਦਾ। ਕੱਪੜਾ ਛਿੱਜ ਸਕਦਾ ਹੈ, ਪਰ ਪੱਕੀ ਸੀਨ ਦੇ ਕੋਲੋਂ ਕੱਪੜਾ ਕਦੀ ਵੀ ਪਾੜਦਾ ਨਹੀਂ। ਸੀਨ ਉਧੜ ਸਕਦੀ ਹੈ, ਪਰ ਉਸ ਜਗ੍ਹਾ ਤੋਂ ਕਦੀ ਵੀ ਕੱਪੜਾ ਪਾਟੇਗਾ ਨਹੀਂ। ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ। ਕਹਿੰਦੇ ਸੱਚ ਕਦੀ ਪੁਰਾਣਾ ਨਹੀਂ ਹੁੰਦਾ ਤੇ ਸੀਤਾ ਹੋਇਆ ਕਦੀ ਵੀ ਪਾੜਦਾ ਨਹੀਂ। ਇਹਦਾ ਕਾਰਨ ਕੀ ਹੈ? ਵੇਖੋ ਸਤਿਗੁਰੂ ਕਹਿੰਦੇ ਸੱਚ ਕਦੀ ਪੁਰਾਣਾ। ਗੁਰੂ ਨਾਨਕ ਸਾਹਿਬ ਜੋ ਅੱਜ ਤੋਂ ਪਹਿਲਾਂ, ਅੱਜ ਤੋਂ 555 ਸਾਲ ਪਹਿਲਾਂ ਦਾ ਜਨਮ ਹੈ,
ਪਰ ਜੇ ਉਹ 7 ਸਾਲ ਕੱਢ ਲਈਏ, ਪਹਿਲਾ ਨੰਬਰ ਜਿਹੜਾ ਪਾਂਧੇ ਨੂੰ 7ਵੇਂ ਸਾਲ ਚ ਉਪਦੇਸ਼ ਦਿੱਤਾ ਸੀ ਨਾ ਜੀ, ਤੇ 7ਵੇਂ ਸਾਲ ਤੋਂ ਇਹ ਕਹ ਲੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਨੇ ਪ੍ਰਵੇਸ਼ ਕਰ ਲਿਆ। ਤੇ ਉਹ ਉਪਦੇਸ਼ ਉਸ ਸਮੇਂ ਤੋਂ ਲੈ ਕੇ ਜੇ ਕਹੀਏ ਅੱਜ ਵੀ ਉਹ ਸੱਚ ਹੈ, ਆਉਣ ਵਾਲੇ ਸਮੇਂ ਦੇ ਅੰਦਰ ਵੀ ਸੱਚ ਹੋਏਗਾ। ਜਦੋਂ ਤੱਕ ਦੁਨੀਆ ਦੇ ਇਸ ਸੱਚ ਨੂੰ ਕੋਈ ਮਿਟਾ ਨਹੀਂ ਸਕਦਾ, ਕਿਸੇ 'ਚ ਤਾਕਤ ਨਹੀਂ ਇਹ ਸੱਚ ਨੂੰ ਮਿਟਾ ਦੇ। ਜਿਹੜਾ ਰੱਬ ਦੇ ਘਰ ਤੋਂ ਆਇਆ ਉਹ ਆਦ ਸੱਚ ਹੀ ਰਹਿਣਾ ਹੈ, ਉਹ ਜਗਾਦ ਸੱਚ ਹੀ ਰਹਿਣਾ ਹੈ, ਹੋ ਕਹੇ ਪੀ ਸੱਚ ਹੀ ਰਹਿਣਾ ਹੈ, ਉਹ ਹੋਸੀ ਪੀ ਸੱਚ ਰਹਿਣਾ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਸਤਿਗੁਰੂ ਜੀ ਕਹਿੰਦੇ ਸੱਚ ਪੁਰਾਣਾ ਹੋਵੇ ਨਾ ਹੀ, ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਬੜੇ ਇੱਥੇ ਕਦਾ ਕਰਕੇ ਜਾਂਦੇ ਨੇ, ਹੁਕਮਨਾਮਾ ਸਾਹਿਬ ਕਈ ਵਾਰੀ ਉਹੀ ਆ ਜਾਂਦਾ, ਪਰ ਤੁਸੀਂ ਵੇਖੋ ਵਿਚਾਰ ਉਹ ਨਹੀਂ ਆਉਂਦੀ, ਵਿਚਾਰ ਨਵੀਂ ਆਉਂਦੀ ਹੈ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਉਹ ਨਿਤਾ ਪ੍ਰਤੀ ਨਵਾਂ ਹੈ, ਉਹਦੀ ਵਿਚਾਰ ਨਿਤਾ ਪ੍ਰਤੀ ਨਵੀਂ ਹੈ। ਸੱਚ ਕਦੀ ਪੁਰਾਣਾ ਨਹੀਂ ਹੁੰਦਾ, ਤੇ ਸੀਤਾ ਕੋਇਆ ਕਦੀ ਪਾੜਦਾ ਨਹੀਂ ਕਹੇ। ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ। ਇਹ ਨਾਨਕ ਉਹ ਸਾਹਿਬ ਸਦਾ ਕਾਇਮ ਰਹਿਣ ਵਾਲਾ ਹੈ, ਤੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਜੇ ਨਾਮ ਸਿਮਰਾਂਗੇ ਤਾਂ ਕਿ ਉਸ ਪਰਮਾਤਮਾ ਨੂੰ ਅਸੀਂ ਜਾਣ ਸਕਦੇਗਾ। ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ। ਸਤਿਗੁਰੂ ਜੀ ਕਹਿੰਦੇ ਸੱਚ ਦੀ ਹੀ ਇੱਕ ਕਾਤੀ ਭਾਵ ਕੈਂਚੀ ਹੋਵੇ, ਤੇ ਸਾਰੇ ਸੱਚ ਦੇ ਲੋਹੇ ਦੀ ਹੀ ਬਣੀ ਹੋਵੇ। ਘਾੜਤ ਤਿਸ ਕੀ ਅਪਰ ਅਪਾਰ। ਜਿਸ ਦੀ ਘਾੜਤ ਬਹੁਤ ਸੁੰਦਰ ਹੈ। ਸ਼ਬਦੇ ਸਾਨ ਰਖਾਈ ਲਾਏ। ਸਤਿਗੁਰੂ ਦੇ ਸ਼ਬਦ ਰੂਪੀ ਸਾਣ ਦੇ ਉੱਪਰ ਲਾਈ ਹੋਵੇ। ਸਾਣ ਤੇ ਲਾਣੇ ਨਾ ਕੈਂਚੀ, ਜਦੋਂ ਕਿਤੇ ਕੱਟੇ ਨਾ ਤੇ ਫਿਰ ਸਾਣ ਤੇ ਲਾਈ ਜਾਂਦੀ ਤਿੱਖੀ ਕਰਨ ਲਈ। ਕਹਿੰਦੇ ਉਹ ਮਨ ਆਪਣੇ ਇਸ ਮਨ ਨੂੰ, ਮਨ ਰੂਪੀ ਕੈਂਚੀ ਨੂੰ ਕਿਤੇ ਗੁਰੂ ਦੇ ਸ਼ਬਦ ਦੇ ਸਾਣ ਤੇ ਲਾ ਕੇ ਵੇਖ, ਫਿਰ ਇਹ ਵੀ ਤਿੱਖਾ ਹੋ ਜਾਏਗਾ। ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਕਾਰਾਂ ਨੂੰ ਕੱਟ ਕੇ ਰੱਖ ਦੇਗਾ, ਟੁਕੜੇ ਕਰ ਦੇਗਾ, ਖੰਡਨ ਕਰ ਦੇਗਾ। ਇਸ ਲਈ ਕਿਤੇ ਇਹ ਕਿਰਪਾ ਹੋ ਜੇ, ਸਤਿਗੁਰੂ ਦੀ ਵਰਤ ਜਾਏ, ਗੁਰੂ ਦੇ ਸ਼ਬਦ ਰੂਪੀ ਸਾਣ ਤੇ ਕੈਂਚੀ ਕਿਤੇ ਲੱਗ ਜਾਵੇ। ਗੁਣ ਕੀ ਠੇਕੈ ਵਿੱਚ ਸਮਾਏ। ਗੁਣ ਕੀ ਠੇਕਾ, ਠੇਕਾ ਕਹਿੰਦੇ ਨੇ ਜੀ ਮਿਆਨ ਨੂੰ, ਕਹਿੰਦੇ ਕਣ ਉਸ ਮਿਆਨ ਗੁਣਾਂ ਦੀ ਮਿਆਨ ਦੇ ਵਿੱਚ ਕਿਤੇ ਆ ਜਿਹੜਾ ਸ਼ਸਤਰ ਕਾ ਟਿਕ ਜਾਵੇ। ਤਿਸ ਕਾ ਕੁੱਠਾ ਹੋਵੇ ਸ਼ੇਖ। ਕਹਿੰਦੇ ਤਿਸ ਦਾ ਕੁੱਠਾ ਸ਼ੇਖ, ਸ਼ੇਖ ਕੁੱਠਾ ਜਿਹੜਾ ਕਹੇ ਉਹਦਾ ਜਿਹੜਾ ਸ਼ੇਖ ਉਹ ਕਿਤੇ ਕੁੱਠਾ ਹੋ ਜਾਏ। ਕੁੱਠਾ ਕਹਿੰਦੇ ਕਣ ਹਲਾਲ ਕਰਨ ਨੂੰ, ਤੇ ਕਹਿੰਦੇ ਜਿਹੜਾ ਉਹਦਾ ਸ਼ੇਖ ਹੈ ਜਿਹਦੇ ਕੋਲ ਹਥਿਆਰ ਹੈ ਕਿਤੇ ਉਹ ਕੁੱਠਾ ਹੋ ਜਾਏ। ਕੁੱਠਾ ਹੋਣ ਦਾ ਮਤਲਬ ਹੈ ਸਿਮਰਨ ਵਿੱਚ ਬੰਦਗੀ ਵਿੱਚ ਭਿੱਜ ਕਰਕੇ ਉਹਦੇ ਤੇ ਇਹ ਬਖਸ਼ਿਸ਼ ਹੋ ਜਾਏ ਕਿ ਉਹ ਮਾਲਕ ਦਾ ਹੋ ਜਾਏ, ਉਹ ਕਰਤਾਰ ਦਾ ਹੋ ਜਾਵੇ। ਲੋਹੂ ਲੱਭ ਨਿਖੱਥਾ ਵੇਖ। ਫਿਰ ਉਹਦੇ ਅੰਦਰ ਜਿਹੜਾ ਲੱਭ ਰੂਪੀ ਲਹੂ ਹੈ ਨਾ ਉਹ ਫਿਰ ਬਾਹਰ ਨਿਕਲ ਜਾਏਗਾ ਜਦੋਂ ਉਹਦੇ ਇਹ ਸ਼ਸਤਰ। ਕਬੀਰ ਸਾਚਾ ਸਤਿਗੁਰ ਕਿਆ ਕਰਾ ਜੋ ਸਿੱਖਾ ਮੈਂ ਚੂਕਨ ਦੇ ਏਕ ਨਾ ਲਾਗੇ ਬਾਸ ਵਜਾਈਐ ਫੂਕੋ। ਤੇ ਵੀ ਕਿਆ ਕਬੀਰ ਸਤਿਗੁਰ ਸੂਰ ਮੈਂ ਬਾਇਆ ਬਾਣ ਜੋ ਏਕ ਲਾਗਤ ਕੀ ਭੋਏ ਗਿਰ ਪਰਿਆ ਪਰਾ ਕਰੇ ਜੇ। ਸ਼ੇਖ ਜਿੱਦਾਂ ਉਹ ਬਾਣ ਮਾਰਦਾ ਫਿਰ ਅੰਦਰੋਂ ਜਿਹੜਾ ਲੱਭ ਲੋਭ ਸਭ ਕੁਝ ਨਿਕਲ ਕੇ ਬਾਹਰ ਆ ਜਾਂਦਾ। ਕਹਿੰਦੇ ਉਹ ਕਿਤੇ ਬਾਣ ਵੱਜ ਜਾਏ ਤੇ ਅੰਦਰ ਇਹ ਲੋਭ ਰੂਪੀ ਜਿਹੜਾ ਲਹੂ ਹੈ ਬਾਹਰ ਨਿਕਲ ਜਾਵੇਗਾ। ਹੋਏ ਹਲਾਲ ਲੱਗੈ ਹੱਕ ਜਾਏ। ਕਹਿੰਦੇ ਜਦੋਂ ਤੂੰ ਹਲਾਲ ਹੋਏਗਾ, ਜਦੋਂ ਬਾਣ ਸਤਿਗੁਰੂ ਦਾ ਵੱਜੇਗਾ ਨਾ ਸ਼ਬਦ ਦਾ, ਹਲਾਲ ਹੀ ਉਦਣ ਹੋਣਾ ਤੇ ਉਦਣ ਹੀ ਤੂੰ ਸਤਿਗੁਰੂ ਦੇ ਵਿੱਚ ਭੇਦ ਕੋਣਾ ਹੈ। ਨਾਨਕ ਦਰ ਦੀਦਾਰ ਸਮਾਏ। ਇਹ ਨਾਨਕ ਉਸ ਮਾਲਕ ਦੇ ਦੀਦਾਰ ਕਰਕੇ, ਦਰਸ਼ਨ ਕਰਕੇ, ਉਹਦੀ ਬੰਦਗੀ ਕਰਕੇ, ਉਹਦੇ ਦਰਸ਼ਨ ਕਰਦਿਆਂ ਹੋਇਆਂਗੀ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ। ਮਹੱਲਾ ਪਹਿਲਾ ਕਮਰ ਕਟਾਰਾ ਬੰਕੋੜਾ ਬੰਕੇ ਕਾ ਅਸਵਾਰ। ਕਹਿੰਦੇ ਕਣ ਕਮਰ ਵਿੱਚ ਬਹੁਤ ਸੋਹਣਾ ਜਿਹੜਾ ਕਟਾਰ ਹੋਵੇ, ਬਹੁਤ ਸੋਹਣੀ ਕਮਰ ਵਿੱਚ ਕਟਾਰ ਹੋਵੇ, ਬੜੇ ਸੋਹਣੇ ਘੋੜੇ ਦਾ ਅਸਵਾਰ ਹੋਵੇ। ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ। ਕਦੀ ਵੀ ਗਰਭ ਨਾ ਕਰੀ, ਹੰਕਾਰ ਨਾ ਕਰੀ, ਕਿਉਂਕਿ ਮਾਲਕ ਦਾ ਕੋਈ ਪਤਾ ਨਹੀਂ ਕਦੋਂ ਉਹ ਉੱਤੇ ਭਾਰ ਡੇਗਦੇ ਤੇ ਸ਼ਰਮਨਾਸ਼ ਹੋ ਜਾਵੇ। ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ। ਜਿਹੜਾ ਗੁਰਮੁਖ ਕਰਤਾਰ ਦੀ ਕਿਰਪਾ ਦੇ ਸਦਕਾ ਨਾਮ ਜਪੇਗਾ, ਸਿਮਰਨ ਕਰੇਗਾ, ਸੰਗਤ ਵਿੱਚ ਆ ਕਰਕੇ ਬੈਠ ਕੇ ਗੁਰੂ ਗੁਰੂ ਕਰੇਗਾ, ਉਹੀ ਉਸ ਮਾਲਕ ਦੇ ਵਿੱਚ ਕਰਤਾਰ ਵਿੱਚ ਭੇਦ ਹੋਵੇਗਾ। ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ। ਜਿਹੜੇ ਸੱਚ ਨੂੰ ਧਿਆਉਣਗੇ, ਸੱਚ ਧਿਆਨ, ਉਹਨਾਂ ਦੇ ਪੱਲੇ ਕੀ ਸੱਚ ਹੋਵੇਗਾ। ਜਿਨ੍ਹਾਂ ਝੂਠ ਹੀ ਇਰਾਦਿਆ ਉਹਨਾਂ ਦੇ ਪੱਲੇ ਝੂਠ ਹੈ। ਸੱਚ ਨੂੰ ਇਰਾਦਣ ਵਾਲਿਆਂ ਦੇ ਪੱਲੇ ਸੱਚ ਹੈ ਨਾ ਜੀ। ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਸੁਣਾਈ ਸੀ ਸੱਚ ਕੀ ਬੇਲਾ। ਸੋ ਇਸ ਲਈ ਸਮਾਂ ਇਹਨਾਂ ਨਹੀਂ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਸੱਚ ਗਏ
ਉਹਨਾਂ ਦੇ ਅੰਦਰ ਹੀ ਇਹ ਸੱਚ ਰੂਪੀ ਧਨ ਟਿਕਦਾ ਹੈ। ਭਗਤ ਸੋਹਨ ਗੁਣ ਗਾਵਦੇ ਗੁਰਮਤਿ ਅਚਲੈ। ਭਗਤ ਜਨ ਜਿਹੜੇ ਕਣ ਕਰਤਾਰ ਦੇ ਦਰ ਤੇ ਸ਼ੋਭਾ ਪ੍ਰਾਪਤ ਕਰਦੇ ਕਨ ਤੇ ਗੁਰਮੁਖ ਜਨ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ। ਜਿਹੜੇ ਸੋਹਣੇ ਮਾਲਕ ਦੀ ਬੰਦਗੀ ਕਰਦੇ ਭਗਤ ਜਨ ਸਤਿਗੁਰਾਂ ਦੇ ਕੋਲ ਆ ਕਰਕੇ ਬਹਿੰਦੇ, ਉਹਨਾਂ ਨੂੰ ਕੀ ਸਤਿਗੁਰਾਂ ਨੇ ਸੋਹਣੇ ਕਿਹਾ? ਸਹੀ ਸੁੰਦਰ ਸੋਹਣੇ ਸਾਧ ਸੰਗ ਜਿਹੜੇ ਸਾਧ ਸੰਗਤ ਵਿੱਚ ਆ ਕੇ ਮਿਲਦੇ ਆ ਬਹਿੰਦੇ ਆ, ਉਹਨਾਂ ਨੂੰ ਸਤਿਗੁਰਾਂ ਨੇ ਸੋਹਣੇ ਕਿਹਾ, ਉਹਨਾਂ ਨੂੰ ਸੁੰਦਰ ਕਿਹਾ ਹੈ। ਇਸ ਲਈ ਕਹਿੰਦੇ ਹਨ ਜਿਹੜੇ ਸਤ ਸੰਗਤ ਵਿੱਚ ਕਰਦੇ ਨੇ ਬਹਿੰਦੇ ਕਨ ਉਹ ਬੜੇ ਸੋਹਣੇ ਕਨ ਤੇ ਉਹੀ ਮਾਲਕ ਦੇ ਦਰ ਤੇ ਪਰਵਾਨੇ ਜਾਂਦੇ ਕਨ। ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ। ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਮਾਲਕ ਦੇ ਸ਼ਬਦ ਦੇ ਇਹ ਰਤਨ ਨੇ। ਕਿਉਂ ਰਤਨਾ ਰਤਨ ਪਦਾਰਥ ਬੋ ਸਾਗਰ ਭਰਿਆ ਰਾਮ, ਬਾਣੀ ਕੁਰਬਾਨੀ ਲਾਗੇ ਤਿਨ ਹੱਦ ਚੜਿਆ ਰਾਮ। ਜਿਨ੍ਹਾਂ ਕੋਲ ਇਹ ਰਤਨ ਆ ਗਏ ਕਹਿੰਦੇ ਉਹ ਬੜੇ ਅਮੀਰ ਹੁੰਦੇ ਆ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਜਿਨ੍ਹਾਂ ਦੇ ਕੋਲ ਇਹ ਰਤਨ ਹਨ ਉਹ ਮਾਲਕ ਦੇ ਦਰ ਤੇ ਪਰਵਾਨੇ ਜਾਂਦੇ। ਆ ਦੂਜੇ ਰਤਨ ਕਿਸੇ ਨੇ ਨਹੀਂ ਪੁੱਛਣੇ। ਆਪੇ ਮੇਲ ਮਿਲਾਇਦਾ ਆਪੇ ਦੇ ਵਡਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਆਪੇ ਹੀ ਉਹ ਸਤਿਗੁਰੂ ਮਿਲਾਪ ਕਰਾਉਂਦਾ ਹੈ ਤੇ ਆਪੇ ਹੀ ਸਤਿਗੁਰੂ ਵਡਿਆਈ ਦਿੰਦਾ ਹੈ। ਇਹ ਉਹਦੀ ਰਜ਼ਾ, ਕਿਹਨੂੰ ਵਡਿਆਈ ਦੇਣੀ ਹੈ, ਕਿਹਦੇ ਤੇ ਕਿਰਪਾ ਕਰਨੀ ਹੈ? ਸਤਿਗੁਰੂ ਦੀ ਰਜ਼ਾ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹੇ ਮਾਲਕ ਜੀ, ਮੈਂ ਆਪ ਜੀ ਦੇ ਉੱਪਰ ਸਦਕੇ ਜਾਨਾ, ਵਾਰਨੇ ਜਾਨਾ। ਕਿਉਂਕਿ ਵਾਹ ਕਹੀਏ, ਵਾਹ ਦਾ ਮਤਲਬ ਹੁੰਦਾ ਬੇਸ਼ੁਮਾਰ ਵਡਿਆਈ ਉਹਦੀ ਮਾਲਕ ਦੀ, ਕਰਤਾਰ ਦੀ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਤੇਰੀ ਵਡਿਆਈ ਬਹੁਤ ਵੱਡੀ ਹੈ। ਮੈਂ ਤੇਰੇ ਤੋਂ ਸਦਕੇ ਜਾਨਾ, ਮੈਂ ਵਾਰਨੇ ਜਾਨਾ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਆਪ ਗੁਰੂ ਰੂਪ ਸੰਗਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋ। ਕੋਟ ਕੋਟਾਨ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਇਥੋਂ ਦੀ ਮੈਨੇਜਮੈਂਟ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਜਗਤਾਰ ਸਿੰਘ ਹੋਰਾਂ ਦਾ ਔਰ ਸਤਿਗੁਰੂ ਦੀ ਕਿਰਪਾ ਦੇ ਸਦਕਾ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ, ਉਹਨਾਂ ਦਾ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਰੱਬੀ ਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਰੂਪੀ ਘਰਾਂ ਵਿੱਚ ਵਸਾਣ, ਉਸ ਅਨੁਸਾਰੀ ਸਾਡਾ ਜੀਵਨ ਹੋ ਜਾਵੇ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।